ਨਵਜੋਤ ਸਿੱਧੂ ਦਾ ਭਵਿੱਖ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਦੇ ਟਕਰਾਅ ਨੂੰ ਲੈ ਕੇ ਜੁੜਿਆ ਹੋਇਆ ਹੈ, ਸਵਾਲ ਇਹ ਉੱਠ ਰਹੇ ਹੈ ਜਿੱਦਾਂ ਦੀਆਂ ਪ੍ਰਸਥਿਤੀਆਂ ਕੌਮੀ ਪੱਧਰ ਤੇ ਵਾਪਰ ਰਹੀਆਂ ਕਿ ਕਾਂਗਰਸ ਦੀ ਹਾਈ ਕਮਾਂਡ ਕੈਪਟਨ ਅਮਰਿੰਦਰ ਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪ ਸਕਦੀ ਹੈ। ਜਗਤਾਰ ਜੀ, ਮੈਂ ਸਮਝਦਾ ਹੈ ਕਿ ਰਾਜਸਥਾਨ ਦੇ ਵਿੱਚ ਜੋ ਪਿਛਲੇ ਦਿਨਾਂ ਦਾ ਘਟਨਾਕ੍ਰਮ ਹੈ, ਅਗਰ ਉਹਦੇ ਵਿੱਚੋਂ ਕਿਸੇ ਨੇ ਕੋਈ ਸਬਕ ਲੈਣਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਲਈ ਹੈ ਜੀ। ਇਸ ਤਰ੍ਹਾਂ ਸਚਿਨ ਪਾਇਲਟ ਨੇ ਬਿਨਾਂ ਆਪਣੀ ਜਿਹੜੀ ਗੇਮ ਪਲਾਨ ਬਣਾਏ ਔਰ ਬਿਨਾਂ ਹੀ ਆਪਣੇ ਨੰਬਰ ਜਿਹੜੇ ਸੀ ਐਮਐਲਏ ਨਾਲ ਜੋੜੇ, ਇਹ ਇੱਕ ਤਰ੍ਹਾਂ ਦੀ ਬਗਾਵਤ ਕਰਤੀ। ਉਹਦੇ ਨਾਲ ਜੋ ਉਹਨਾਂ ਨੂੰ ਮੂੰਹ ਦਿਖਾਣੀ ਪਈ ਹੈ ਔਰ ਜਿਸ ਤਰ੍ਹਾਂ ਉਹ ਨੈਮ ਹੈ ਕਿ ਨਾ ਘਰ ਦੇ ਨਾ ਕਾਟਦੇ, ਨਾ ਉਹ ਬੀਜੇਪੀ 'ਚ ਜਾ ਸਕਦੇ ਹੈ ਤੇ ਨਾ ਹੀ ਕਾਂਗਰਸ ਵਾਲੇ ਲੈਣ 'ਚ ਤਿਆਰ ਹੈ। ਪਿਛਲੇ ਸਾਲ ਸਵਾ ਸਾਲ ਤੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਅੱਖ ਲਗਾਏ ਬੈਠਾ ਔਰ ਉਹ ਇਹ ਕਹਿੰਦੇ ਹੈ ਕਿ ਮੈਨੂੰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ ਤੇ ਅਗਰ ਉਹ ਮੈਨੂੰ ਕਹਿਣਗੇ ਤਾਂ ਮੈਂ ਅੱਗੇ ਵਧੂੰਗਾ। ਲੇਕਿਨ ਹਾਲਤ ਇਹ ਹੈ ਕਿ ਦਿੱਲੀ ਦੇ ਹਾਈ ਕਮਾਂਡ ਖਾਸ ਤੌਰ ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਜਿਹੜੀ ਉਹਨਾਂ ਦੀ ਮਦਰ ਹੈਗੀ ਹੈ ਸੋਨੀਆ ਗਾਂਧੀ, ਉਹਨਾਂ ਨੂੰ ਆਪਣਾ ਜਿਹੜਾ ਹੈ ਭਵਿੱਖ ਜਿਹੜਾ ਹੈ ਆਪਣੇ ਬਾਰੇ 'ਚ ਉਹਨਾਂ ਨੂੰ ਪੂਰੀ ਜਿਹੜੀ ਹੈ ਇਹ ਅਨਸਰਟਨਟੀ ਬਣੀ ਹੋਈ ਹੈ। ਅਗਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਨੂੰ ਅਗਰ ਉਹ ਚਾਹੁੰਦਾ ਹੈ ਕਿ ਮੈਨੂੰ ਚੀਫ ਮਿਨਿਸਟਰੀ ਦੇ ਉੱਤੇ ਦਿਓ, ਕੁਝ ਨਾ ਕੁਝ ਮੈਨੂੰ ਮਿਲਣਾ ਚਾਹੀਦਾ ਹੈ, ਤਾਂ ਉਹਨੂੰ ਪਹਿਲੇ ਆਪਣੀ ਤਿਆਰੀ ਕਰਨੀ ਚਾਹੀਦੀ। ਲੇਕਿਨ ਪੰਜਾਬ ਦੀ ਕਾਂਗਰਸ ਦੀ ਸਰਕਾਰ ਮੈਂ ਸਮਝਦਾ ਹੈ ਸਭ ਤੋਂ ਜ਼ਿਆਦਾ ਅਗਰ ਕੋਈ ਸਟੇਟ ਹਿੰਦੁਸਤਾਨ ਦੇ ਵਿੱਚ ਕੋਈ ਕਾਂਗਰਸ ਸਰਕਾਰ ਕੋਈ ਸਟੇਬਲ ਹੈ ਤਾਂ ਉਹ ਪੰਜਾਬ ਦੇ ਵਿੱਚ ਨਵਜੋਤ ਸਿੱਧੂ ਜਿਹਦੇ ਨਾਲ ਮੇਰੇ ਖਿਆਲ ਇੱਕ ਅੱਧਾ ਐਮਐਲਏ ਪ੍ਰਗਟ ਸਿੰਘ ਹੈ, ਇੱਕ ਅੱਧਾ ਹੋ ਕੋਈ ਹੋਰ ਹੈ, ਉਹ ਆਪਣੇ ਬੰਦੇ ਕਿਵੇਂ ਆਪਣਾ ਜਿਹੜਾ ਹੈ ਜਿਹਨੂੰ ਕ੍ਰਿਟੀਕਲ ਮਾਸ ਜਿਹਨੂੰ ਕਹਿੰਦੇ ਆ ਉਹ ਕਿਵੇਂ ਇਕੱਠਾ ਕਰੇਗਾ। ਤੇ ਸਰਦਾਰ ਜੀ ਫਿਲਹਾਲ ਤਾਂ ਐਸੀ ਤਨਖਾਹ ਕੇ ਕੰਮ ਕਰੋ, ਜੇ ਤੁਸੀਂ ਕਿਤੇ ਹੋਰ ਜਾਣਾ ਹੈ ਤਾਂ ਉਹਦੀ ਗੱਲ ਕਰ ਲਓ। ਇੱਕ ਪਾਸੇ ਟਕਸਾਲੀ ਚੋਗਾ ਪਾ ਰਹੇ ਹੈ, ਦੂਜੇ ਸੁਖਦੇਵ ਸਿੰਘ ਢੀਂਡਸਾ ਨੂੰ ਕਹਿ ਰਿਹਾ ਸਾਡੇ ਵੱਲ ਆ ਜਾਓ, ਤੀਜੇ ਪਾਸੇ ਆਮ ਆਦਮੀ ਪਾਰਟੀ ਵੀ ਉਹਨਾਂ ਵੱਲ ਦੇਖ ਰਹੀ ਹੈ, ਤਾਂ ਉਹਨਾਂ ਨੂੰ ਫੈਸਲਾ ਇਸ 'ਤੇ ਕਰਨਾ ਪਏਗਾ। ਅੱਧੇ ਜੱਦੇ ਕਰਕੇ ਕੰਮ ਨਹੀਂ ਬਣ ਸਕਦਾ ਹੁਣ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਜਿਹੜੇ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹਾਂ, ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਡੇਰਾ ਮੁਖੀ ਸਿਰਸਾ ਨੂੰ ਲੈ ਕੇ ਜਿਹੜਾ ਵਿਵਾਦ ਆ ਨਵੇਂ ਸਿਰੇ ਤੋਂ ਭਖਿਆ ਹੋਇਆ। ਡੇਰੇ ਦੀ ਇੱਕ ਸ਼ਰਧਾਲੂ ਜੋ ਇੱਕ ਬੀਬੀ ਵੱਲੋਂ ਇੱਕ ਦੋਸ਼ ਵੱਡਾ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਲਾਇਆ ਗਿਆ ਕਿ ਸਲਾਬਪੁਰਾ ਦੇ ਵਿੱਚ ਡੇਰਾ ਮੁਖੀ ਨੇ ਜਿਹੜੀ ਪੋਸ਼ਾਕ ਪਹਿਨੀ ਸੀ ਉਹ ਪੋਸ਼ਾਕ ਜਿਹੜੀ ਹੈਗੀ ਹੈ ਸੁਖਬੀਰ ਬਾਦਲ ਵੱਲੋਂ ਦਿੱਤੀ ਗਈ ਹੈ। ਸੱਚ ਕੀ ਹੈ ਇਸ ਦਾ ਨਤਾਰਾ ਤਾਂ ਸੁਖਬੀਰ ਬਾਦਲ ਜਾਂ ਕੋਈ ਜਾਂਚ ਏਜੰਸੀ ਦੱਸ ਸਕਦੀ ਹੈ, ਪਰ ਅਹਿਮ ਮਾਮਲਾ ਇਹ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਨਾਂ ਵੱਲੋਂ ਕਿਹਾ ਗਿਆ ਕਿ ਸੁਖਬੀਰ ਬਾਦਲ ਨੂੰ ਇਸ ਮੁੱਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਵੱਡੀ ਗੱਲ ਹੈ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਕਿਹੜੀਆਂ ਧਿਰਾਂ ਜਿਹੜੀਆਂ ਰਾਜਨੀਤੀ ਕਰ ਰਹੀਆਂ ਜਾਂ ਅਹਿਮ ਮੁੱਦਿਆਂ ਤੋਂ ਪਾਸੇ ਭਟਕਾ ਰਹੀਆਂ ਮਨ ਲੋਕਾਂ ਦਾ। ਇੱਕ ਹੋਰ ਅਹਿਮ ਮੁੱਦਾ ਬੇਸ਼ੱਕ ਵਰਤਾਰਾ ਤਾਂ ਰਾਜਸਥਾਨ ਦਾ ਹੈ। ਰਾਜਸਥਾਨ ਦੇ ਅੰਦਰ ਪਿਛਲੇ ਦਿਨਾਂ ਜੋ ਕੁਝ ਵਾਪਰਿਆ, ਯੁਵਾ ਨੇਤਾ ਪਾਇਲਟ ਤੇ ਉੱਥੋਂ ਦੇ ਮੁੱਖ ਮੰਤਰੀ ਗਹਿਲੋਤ, ਜਿਸ ਤਰੀਕੇ ਨਾਲ ਪਾਇਲਟ ਨੂੰ ਪਾਸੇ ਕੀਤਾ ਗਿਆ, ਰਾਜਸੀ ਮਾਹਰਾਂ ਦਾ ਕਹਿਣਾ ਹੈ ਕਿ ਕੀ ਪੰਜਾਬ ਦੀ ਜਿਹੜੀ ਕਾਂਗਰਸ ਦੀ ਰਾਜਨੀਤੀ ਹੈ ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋਏਗੀ। ਨਵਜੋਤ ਸਿੱਧੂ ਦਾ ਭਵਿੱਖ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਦੇ ਟਕਰਾਅ ਨੂੰ ਲੈ ਕੇ ਜੁੜਿਆ ਹੋਇਆ ਹੈ, ਸਵਾਲ ਇਹ ਉੱਠ ਰਹੇ ਹੈ ਜਿੱਦਾਂ ਦੀਆਂ ਪ੍ਰਸਥਿਤੀਆਂ ਕੌਮੀ ਪੱਧਰ ਤੇ ਵਾਪਰ ਰਹੀਆਂ ਕਿ ਕਾਂਗਰਸ ਦੀ ਹਾਈ ਕਮਾਂਡ ਕੈਪਟਨ ਅਮਰਿੰਦਰ ਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪ ਸਕਦੀ ਹੈ। ਅਹਿਮ ਮੁੱਦੇ ਆ ਦੋਨੇ ਪੰਜਾਬ ਦੇ ਨਾਲ। ਇਹਨਾਂ ਮੁੱਦਿਆਂ ਦੇ ਪੈਨਲ ਤੇ ਮੇਰੇ ਨਾਲ ਇਸ ਖਿੱਤੇ ਦੇ ਸਾਡੇ ਸੀਨੀਅਰ ਜਰਨਲਿਸਟ ਕਦਾਵਰ ਜਰਨਲਿਸਟ ਜੁੜ ਚੁੱਕੇ ਹੈ। ਹਰਕੰਵਲਜੀਤ ਸਿੰਘ ਜੀ, ਏਸ ਪ੍ਰਾਸ਼ਰ, ਸਰਵਿਤ ਪੰਦੇਰ, ਤਿੰਨੇ ਹੀ ਸੀਨੀਅਰ ਜਰਨਲਿਸਟਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ। ਪ੍ਰਾਸ਼ਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜੋ ਕੁਝ ਰਾਜਸਥਾਨ ਤੇ ਵਾਪਰਿਆ ਔਰ ਪਿਛਲੇ ਕਾਫੀ ਸਮੇਂ ਤੋਂ ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ, ਨਵਜੋਤ ਸਿੱਧੂ ਤੇ
ਕੈਪਟਨ ਅਮਰਿੰਦਰ ਦੇ ਸੰਬੰਧਾਂ ਨੂੰ ਲੈ ਕੇ ਕੀ ਲੱਗਦਾ ਕਿ ਰਾਜਸਥਾਨ ਤੋਂ ਸਬਕ ਸਿੱਖ ਕੇ ਨਵਜੋਤ ਸਿੱਧੂ ਲਈ ਕਾਂਗਰਸ ਦੇ ਉੱਪਰਲੇ ਟੰਬੇ ਤੇ ਜਾਣਾ ਜਾਂ ਸੀਨੀਅਰ ਜਿਹੜੇ ਉਹਨਾਂ ਨੂੰ ਇਗਨੋਰ ਕਰਕੇ ਕੋਈ ਜ਼ਿੰਮੇਵਾਰੀ ਪਾਰਟੀ ਹਾਈ ਕਮਾਂਡ ਵੱਲੋਂ ਸੌਂਪੀ ਜਾਣੀ ਮੌਜੂਦਾ ਪ੍ਰਸਥਿਤੀਆਂ 'ਚ ਪੋਸੀਬਲ ਹੈ, ਨਜ਼ਰ ਆਉਂਦੀ ਹੈ? ਜੀ ਪ੍ਰਾਸ਼ਰ ਜੀ, ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਜਗਤਾਰ ਜੀ, ਮੈਂ ਸਮਝਦਾ ਹੈ ਕਿ ਰਾਜਸਥਾਨ ਦੇ ਵਿੱਚ ਜੋ ਪਿਛਲੇ ਦਿਨਾਂ ਦਾ ਘਟਨਾਕ੍ਰਮ ਹੈ, ਅਗਰ ਉਹਦੇ ਵਿੱਚੋਂ ਕਿਸੇ ਨੇ ਕੋਈ ਸਬਕ ਲੈਣਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਲਈ ਹੈ ਜੀ। ਇਸ ਤਰ੍ਹਾਂ ਸਚਿਨ ਪਾਇਲਟ ਨੇ ਬਿਨਾਂ ਆਪਣੀ ਜਿਹੜੀ ਗੇਮ ਪਲਾਨ ਬਣਾਏ ਔਰ ਬਿਨਾਂ ਹੀ ਆਪਣੇ ਨੰਬਰ ਜਿਹੜੇ ਸੀ ਐਮਐਲਏ ਨਾਲ ਜੋੜੇ, ਇਹ ਇੱਕ ਤਰ੍ਹਾਂ ਦੀ ਬਗਾਵਤ ਕਰਤੀ। ਉਹਦੇ ਨਾਲ ਜੋ ਉਹਨਾਂ ਨੂੰ ਮੂੰਹ ਦਿਖਾਣੀ ਪਈ ਹੈ ਔਰ ਜਿਸ ਤਰ੍ਹਾਂ ਉਹਨਾਂ ਹੈ ਕਿ ਨਾ ਘਰ ਦੇ ਨਾ ਕਾਟ ਦੇ, ਨਾ ਉਹ ਬੀਜੇਪੀ 'ਚ ਜਾ ਸਕਦੇ ਹੈ ਤੇ ਨਾ ਹੀ ਕਾਂਗਰਸ ਵਾਲੇ ਲਾਈਨ 'ਚ ਤਿਆਰ ਹੈ, ਔਰ ਜੋ ਉਹਨਾਂ ਦੀ ਚਾਰੋਂ ਪਾਸੇ ਉਹ ਹੋ ਰਹੀ ਹੈ, ਉਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਪੰਜਾਬ ਦੇ ਵਿੱਚ ਬਣ ਤਾਂ ਨਹੀਂ ਸਕਦੇ। ਲੇਕਿਨ ਤੁਸੀਂ ਇਹ ਦੇਖੋ ਕਿ ਇੱਥੇ ਵੀ ਪਿਛਲੇ ਸਾਲ ਸਵਾ ਸਾਲ ਤੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਅੱਖ ਲਗਾਏ ਬੈਠਾ ਹੈ ਔਰ ਉਹ ਇਹ ਕਹਿੰਦੇ ਹੈ ਕਿ ਮੈਨੂੰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ ਤੇ ਅਗਰ ਉਹ ਮੈਨੂੰ ਕਹਿਣਗੇ ਤਾਂ ਮੈਂ ਅੱਗੇ ਵਧੂੰਗਾ। ਲੇਕਿਨ ਹਾਲਤ ਇਹ ਹੈ ਕਿ ਦਿੱਲੀ ਦੇ ਹਾਈ ਕਮਾਂਡ ਖਾਸ ਤੌਰ ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਜਿਹੜੀ ਉਹਨਾਂ ਦੀ ਮਦਰ ਹੈਗੀ ਹੈ ਸੋਨੀਆ ਗਾਂਧੀ, ਉਹਨਾਂ ਨੂੰ ਆਪਣਾ ਜਿਹੜਾ ਹੈ ਭਵਿੱਖ ਜਿਹੜਾ ਹੈ ਆਪਣੇ ਬਾਰੇ 'ਚ ਉਹਨਾਂ ਨੂੰ ਪੂਰੀ ਜਿਹੜੀ ਹੈ ਇਹ ਅਨਸਰਟਨਟੀ ਬਣੀ ਹੋਈ ਹੈ ਕਿ ਆਪਾਂ ਕੀ ਕਰੀਏ ਨਹੀਂ ਕਰੀਏ। ਤੁਸੀਂ ਇਹ ਦੇਖੋ ਕਿ 2019 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਦੇ ਦਿੱਤਾ ਪਾਰਟੀ ਦੇ ਪ੍ਰਧਾਨਗੀ ਤੋਂ। ਉਹ ਇਸ਼ੂ ਹਾਲੇ ਤੱਕ ਲਟਕਦਾ ਆ ਰਿਹਾ, ਹਾਲੇ ਤੱਕ ਪਾਰਟੀ ਕੋਲ ਇਹ ਫੈਸਲਾ ਨਹੀਂ ਹੋ ਰਿਹਾ ਕਿ ਆਪਾਂ ਕੋਈ ਨਵਾਂ ਬੰਦਾ ਲੈ ਕੇ ਆਈਏ ਕਿ ਕਿਸੇ ਪੁਰਾਣੇ ਨੂੰ ਆਪਾਂ ਉਹਦੇ ਕਰੀਏ। ਇਹ ਵੀ ਇੱਕ ਵਾਰੀ ਚੱਲਿਆ ਸੀ ਪ੍ਰਪੋਜ਼ਲ ਕਿ ਜੀ ਇੱਕ ਪ੍ਰੈਜ਼ੀਡੀਅਮ ਬਣਾ ਦਿਓ 7-8 ਬੰਦਿਆਂ ਦਾ, ਜਿਹੜੇ ਇਕੱਠੇ ਹੋ ਕੇ ਕਲੈਕਟਿਵ ਲੀਡਰਸ਼ਿਪ ਪਾਰਟੀ ਨੂੰ ਅੱਗੇ ਲਿਜਾਏ। ਕੋਈ ਵੀ ਇਸ਼ੂ, ਕੋਈ ਵੀ ਜਿਹੜਾ ਪ੍ਰਪੋਜ਼ਲ ਹੈ ਉਹ ਸਿਰੇ ਨਹੀਂ ਚੜ ਰਿਹਾ। ਉਹ ਪਾਰਟੀ ਹੱਲੇ ਜਿਹੜੀ ਹੈ ਉਹ ਡਾਵਾਡੋਲ ਹੈ, ਵਿਦ ਦੀ ਰਿਜ਼ਲਟ ਕਿ ਸਾਰੀ ਕਾਂਗਰਸ ਪਾਰਟੀ ਸਿਰਫ ਪੰਜਾਬ ਜਾਂ ਹਰਿਆਣੇ ਦੇ ਨਹੀਂ, ਆਲ ਇੰਡੀਆ ਕਾਂਗਰਸ ਦੇ ਵਿੱਚ ਜਿਹੜਾ ਬੜਾ ਭਾਰੀ ਜਿਹੜਾ ਅਸੰਤੋਸ਼ ਹੈ। ਰੈਂਕ ਐਂਡ ਫਾਈਲ ਜਿਹੜੀ ਹੈ ਉਹ ਵਿਚਾਰੀ ਹੱਥ ਮੈਰ ਪਾ ਮਿਲਦੀ ਹੈ ਕਿ ਸਾਡੇ ਕੋਈ ਪੁੱਛ ਪ੍ਰਤੀਤ ਹੈ, ਸਾਡੀ ਕੋਈ ਸੁਣਵਾਈ ਹੈ। ਉਹ ਜੋ ਰਾਜਸਥਾਨ ਦੇ ਵਿੱਚ ਹੋਇਆ ਉਹ ਐਸੇ ਕਰਕੇ ਹੋਇਆ ਕਿ ਜਿਸਲੇ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਆਪਣਾ ਜਿਹੜਾ ਡਿਪਟੀ ਸੀਐਮ ਔਰ ਪੀਸੀਸੀ ਦਾ ਪ੍ਰਧਾਨ ਹੈ ਉਹਨੂੰ ਨੀਡਲਿੰਗ ਸ਼ੁਰੂ ਕੀਤੀ ਤਾਂ ਉਹ ਆਪਣੀਆਂ ਸ਼ਿਕਾਇਤਾਂ ਲੈ ਕੇ ਦਿੱਲੀ 'ਚ ਜਾਣਾ ਚਾਹੁੰਦਾ ਸੀ। ਉੱਥੋਂ ਸੁਣਨ ਵਾਲਾ ਕੋਈ ਨਹੀਂ ਸੀ। ਰਾਹੁਲ ਗਾਂਧੀ ਮਿਲਦੇ ਨਹੀਂ, ਸੋਨੀਆ ਜੀ ਬਿਮਾਰ ਹੈ, ਪ੍ਰਿਯੰਕਾ ਜੀ ਜਿਹੜੇ ਕਹਿੰਦੀ ਜੀ ਮੈਂ ਤਾਂ ਨਾ ਇਧਰ ਨੂੰ ਨਾ ਉਧਰ, ਮੁਝੇ ਤੋਂ ਪਤਾ ਨਹੀਂ। ਤਾਂ ਇਹਨਾਂ ਹਾਲਾਤ ਦੇ ਵਿੱਚ ਅਗਲਾ ਬਗਾਵਤ ਕਰੇਗਾ ਕਿ ਕਿਉਂ ਨਹੀਂ ਕਰੇਗਾ? ਇਹੀ ਕਰੇਗਾ। ਲੇਕਿਨ ਉਹਨਾਂ ਤੋਂ ਗਲਤੀ ਇਹ ਹੋਈ ਕਿ ਜਿਹੜੇ ਸਫੀਸ਼ੀਐਂਟ ਨੰਬਰ ਘੱਟੋ ਘੱਟ 20-22 ਐਮਐਲਏ ਨਾਲ ਹੋਣੇ ਚਾਹੀਦੇ ਸੀ ਉਹ ਹੋਏ ਨਹੀਂ ਸੀ। ਉਹ ਅੱਧੇ ਵਿਚੇਦੇ ਆਪਣੀ ਤਿਆਰੀ ਕਰਕੇ ਉੱਥੇ ਗਏ ਔਰ ਉੱਥੇ ਮੂੰਹ ਦਿਖਾਣੀ ਪਈ। ਇਸੇ ਤਰ੍ਹਾਂ ਅਗਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਨੂੰ ਅਗਰ ਉਹ ਚਾਹੁੰਦਾ ਹੈ ਕਿ ਮੈਨੂੰ ਚੀਫ ਮਿਨਿਸਟਰੀ ਦੇ ਉੱਤੇ ਦਿਓ, ਕੁਝ ਨਾ ਕੁਝ ਮੈਨੂੰ ਮਿਲਣਾ ਚਾਹੀਦਾ ਹੈ, ਤਾਂ ਉਹਨੂੰ ਪਹਿਲੇ ਆਪਣੀ ਤਿਆਰੀ ਕਰਨੀ ਚਾਹੀਦੀ। ਲੇਕਿਨ ਪੰਜਾਬ ਦੀ ਕਾਂਗਰਸ ਦੀ ਸਰਕਾਰ ਮੈਂ ਸਮਝਦਾ ਹੈ ਸਭ ਤੋਂ ਜ਼ਿਆਦਾ ਅਗਰ ਕੋਈ ਸਟੇਟ ਹਿੰਦੁਸਤਾਨ ਦੇ ਵਿੱਚ ਕੋਈ ਕਾਂਗਰਸ ਸਰਕਾਰ ਕੋਈ ਸਟੇਬਲ ਹੈ ਤਾਂ ਉਹ ਪੰਜਾਬ ਦੇ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਰਸਨੈਲਿਟੀ, ਉਹਨਾਂ ਦਾ ਪੋਲੀਟੀਕਲ ਅਕਿਊਮੈਂਟ, ਜੋ ਉਹਨਾਂ ਦੀ ਮੈਨੇਜਮੈਂਟ ਹੈ, ਚਾਹੇ ਆਪਣਾ ਲਾਈਫ ਸਟਾਈਲ ਤੋਂ ਕਈ ਬੰਦੇ ਨਾਖੁਸ਼ ਹੈ, ਲੇਕਿਨ ਪਾਰਟੀ ਦੀ ਪੂਰੀ ਗ੍ਰਿਪ ਬਣੀ ਹੋਈ ਹੈ ਔਰ ਪਾਰਟੀ ਦੇ ਐਮਐਲਏ ਨਾ ਸਿਰਫ ਉਹਨਾਂ ਦਾ ਆਦਰ ਸਤਿਕਾਰ ਕਰਦੇ ਆ, ਇੱਕ ਤਰ੍ਹਾਂ ਦਾ ਡਿਵੋਟਡ ਬੰਦੇ ਹੈ, ਹਨੂਮਾਨ ਬਣੇ ਉਹਨਾਂ ਦੇ ਹੱਥ ਜੋੜ ਕੇ ਅੱਗੇ ਪਿੱਛੇ ਫਿਰਦੇ ਆ। ਤਾਂ ਉਹਨਾਂ ਹਾਲਾਤ ਦੇ ਵਿੱਚ ਨਵਜੋਤ ਸਿੱਧੂ ਜਿਹਦੇ ਨਾਲ ਮੇਰੇ ਖਿਆਲ ਇੱਕ ਅੱਧਾ ਐਮਐਲਏ ਪ੍ਰਗਟ ਸਿੰਘ ਹੈ ਤੇ ਇੱਕ ਅੱਧਾ ਹੋ ਕੋਈ ਹੋਰ ਹੈ, ਉਹ ਆਪਣੇ ਬੰਦੇ ਕਿਵੇਂ ਆਪਣਾ ਜਿਹੜਾ ਹੈ ਜਿਹਨੂੰ ਕ੍ਰਿਟੀਕਲ ਮਾਸ ਜਿਹਨੂੰ ਕਹਿੰਦੇ ਆ ਉਹ ਕਿਵੇਂ ਇਕੱਠਾ ਕਰੇਗਾ, ਕਿਵੇਂ ਜਾਏਗਾ? ਤਾਂ ਉਹਨਾਂ ਲਈ ਤਾਂ ਸਬਕ ਹੈ ਵੈ ਕਿ ਸਰਦਾਰ ਜੀ ਫਿਲਹਾਲ ਤਾਂ ਐਸੀ ਤਨਖਾਹ ਕੇ ਕੰਮ ਕਰੋ, ਜੇ ਤੁਸੀਂ ਕਿਤੇ ਹੋਰ ਜਾਣਾ ਹੈ ਤਾਂ ਉਹਦੀ ਗੱਲ ਕਰ ਲਓ। ਇੱਕ ਪਾਸੇ ਟਕਸਾਲੀ ਚੋਗਾ ਪਾ ਰਹੇ, ਦੂਜੇ ਸੁਖਦੇਵ ਸਿੰਘ ਢੀਂਡਸਾ ਨੂੰ ਕਹਿ ਰਿਹਾ ਸਾਡੇ ਵੱਲ ਆ ਜਾਓ, ਤੀਜੇ ਪਾਸੇ ਆਮ ਆਦਮੀ ਪਾਰਟੀ ਵੀ ਉਹਨਾਂ ਵੱਲ ਦੇਖ ਰਹੀ ਹੈ। ਤਾਂ ਉਹਨਾਂ ਨੂੰ ਫੈਸਲਾ ਇਸ 'ਤੇ ਕਰਨਾ ਪਏਗਾ, ਅੱਧੇ ਪਜੱਦੇ ਕਰਕੇ ਕੰਮ ਨਹੀਂ ਬਣ ਸਕਦਾ ਉਹਨਾਂ ਦੀ। ਜੀ ਓਕੇ, ਥੈਂਕ ਯੂ ਵੈਰੀ ਮੱਚ। ਹਰਕਮਲ ਜੀ, ਰਾਜਸਥਾਨ ਦੇ ਅੰਦਰ ਜੋ ਕਾਂਗਰਸ ਦਾ ਘਟਨਾਕ੍ਰਮ ਵਾਪਰਿਆ ਹੈ, ਜਿੱਦਾਂ ਪ੍ਰਾਸ਼ਰ ਜੀ ਨੇ ਵੀ ਕਮੈਂਟਸ ਕੀਤੇ ਹੈ, ਨਵਜੋਤ ਸਿੱਧੂ ਦੀ ਗੱਲ ਕਰ ਲਈਏ, ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਕੀ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ ਹੁਣ ਨਵਜੋਤ ਸਿੱਧੂ ਲਈ ਕਾਂਗਰਸ ਦਾ ਸਿਖਰਲੇ ਟੰਬੇ ਤੇ ਪਹੁੰਚਣਾ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ, ਸੀਨੀਅਰਸ ਨੂੰ ਇਗਨੋਰ ਕਰਕੇ, ਜਿੱਦਾਂ ਦਾ ਕੌਮੀ ਪੱਧਰ ਤੇ ਸੰਕਟ ਖੜਾ ਹੋਇਆ? ਹਰਕਮਲ ਜੀ, ਕਿਵੇਂ ਦੇਖਦੇ ਹੋ ਇਹ ਸਾਰੀ ਸਿਚੁਏਸ਼ਨ ਨੂੰ?
ਜਗਤਾਰ ਜੀ, ਇਹ ਜੋ ਰਾਜਸਥਾਨ ਦਾ ਘਟਨਾਕ੍ਰਮ ਹੈ ਉਹਦੇ ਤੋਂ ਇੱਕ ਮੈਸੇਜ ਬਹੁਤ ਸਪਸ਼ਟ ਹੈਗਾ ਹੈ ਕਿ ਜੇ ਕੋਈ ਲੀਡਰ ਇਹ ਜੀ। ਸੋਚੇ ਕਿ ਉਹ ਹਾਈ ਕਮਾਂਡ ਦੀ ਉਂਗਲ ਫੜ ਕੇ ਚੀਫ ਮਿਨਿਸਟਰੀ ਤੱਕ ਪਹੁੰਚ ਸਕਦਾ ਹੈ ਜਾਂ ਕੋਈ ਵੱਡਾ ਅਹੁਦਾ ਲੈ ਸਕਦਾ ਹੈ, ਮੇਰੇ ਖਿਆਲ ਉਹ ਸੰਭਵ ਨਹੀਂ ਹੈਗਾ। ਅੱਜ ਦੀ ਡੇਟ 'ਚ ਕਾਂਗਰਸ ਦੀ ਹਾਈ ਕਮਾਂਡ 'ਚ ਇੰਨੀ ਹਿੰਮਤ ਜਾਂ ਜਾਨ ਨਹੀਂ ਹੈਗੀ ਕਿ ਉਹ ਕਿਸੇ ਨੂੰ ਸੂਬੇ ਦਾ ਚੀਫ ਮਿਨਿਸਟਰ ਬਣਾ ਸਕੇ, ਔਰ ਨਾ ਹੀ ਉਹੋ ਜਿਹੀ ਕੋਈ ਗੱਲ ਹੈਗੀ ਕਿ ਜਿਵੇਂ ਅੱਗੇ ਕਾਂਗਰਸ ਹਾਈ ਕਮਾਂਡ ਜਿੱਤੇ ਤੇ ਉਂਗਲ ਰੱਖ ਦਿੰਦੀ ਸੀ ਉਹਨੂੰ ਸਾਰੇ ਵਿਧਾਨਕਾਰ ਐਕਸੈਪਟ ਕਰ ਲੈਂਦੇ ਸੀ, ਨਾ ਹੀ ਅੱਜ ਉਹ ਹਾਲਾਤ ਹੈਗੇ ਨੇ। ਜੀ ਸੋ ਮੇਰੇ ਖਿਆਲ 'ਚ ਨਵਜੋਤ ਸਿੰਘ ਸਿੱਧੂ ਲਈ ਜੇ ਇੱਕ ਮੈਸੇਜ ਬੜਾ ਕਲੀਅਰ ਹੈਗਾ ਹੈ ਕਿ ਉਹਨਾਂ ਨੂੰ ਪਾਰਟੀ 'ਚ ਆਪਣਾ ਆਧਾਰ ਬਣਾਉਣਾ ਪਏਗਾ, ਪਾਰਟੀ ਦੇ ਵਿਧਾਨਕਾਰਾਂ ਨੂੰ ਨਾਲ ਲੈਣਾ ਪਏਗਾ ਜੇ ਉਹ ਚੀਫ ਮਿਨਿਸਟਰੀ ਦਾ ਸੁਪਨਾ ਲੈ ਰਹੇ ਨੇ। ਇਹ ਗੱਲ ਵੱਖ ਹੈ ਕਿ ਜੇ ਉਹ ਕੱਲ ਨੂੰ ਪਾਰਟੀ ਤੋਂ ਬਾਹਰ ਜਾ ਕੇ ਕੋਈ ਆਪਣਾ ਪੱਖ ਧੜਾ ਖੜਾ ਕਰਨਾ ਚਾਹੁੰਦੇ ਹੋਣ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਆਪਣੀ ਪਪੂਲੈਰਿਟੀ ਹੈਗੀ ਹੈ, ਲੋਕਾਂ 'ਚ ਉਹਨਾਂ ਦਾ ਇੱਕ ਚੰਗਾ ਇਮੇਜ ਹੈਗਾ ਹੈ। ਜੇ ਉਹਦਾ ਫਾਇਦਾ ਉਠਾ ਕੇ ਉਹ ਕਿਸੇ ਹੋਰ ਧੜੇ ਨਾਲ ਰਲ ਕੇ ਜਾਂ ਕਿਸੇ ਹੋਰ ਲੋਕਾਂ ਨਾਲ ਰਲ ਕੇ ਕੋਈ ਆਪਣਾ ਗਰੁੱਪ ਖੜਾ ਕਰਨਾ ਚਾਹਣ, ਉਹਦਾ ਸਕੋਪ ਤੇ ਹਮੇਸ਼ਾ ਰਹਿ ਸਕਦਾ, ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਲਈ ਇਮੀਡੀਏਟਲੀ ਅੱਗੇ ਫੋਰਫਰੰਟ ਤੇ ਆਉਣਾ, ਚੀਫ ਮਿਨਿਸਟਰ ਦੀ ਕੁਰਸੀ ਤੇ ਨਜ਼ਰ ਰੱਖਣਾ, ਮੇਰੇ ਖਿਆਲ 'ਚ ਕਾਫੀ ਮੁਸ਼ਕਲ ਹੋਏਗਾ। ਜਿਵੇਂ ਪ੍ਰਾਸ਼ਰ ਸਾਹਿਬ ਨੇ ਕਿਹਾ, ਬਿਲਕੁਲ ਠੀਕ ਗੱਲ ਹੈਗੀ ਹੈ ਕਿ ਕਾਂਗਰਸ ਲਈ ਇਹ ਬੜਾ ਮੁਸ਼ਕਲ ਹੋਏਗਾ ਕਿ ਕਿਸੇ ਯੰਗਸਟਰ ਨੂੰ, ਬਿਲਕੁਲ ਨਵੇਂ ਬੰਦੇ ਨੂੰ ਲਿਆ ਕੇ ਇਮੀਡੀਏਟਲੀ ਇੱਕ ਬਹੁਤ ਵੱਡੀ ਕੁਰਸੀ ਤੇ ਬਿਠਾ ਦੇਣਾ, ਕਿਉਂਕਿ ਜਿਹੜੇ ਸੀਨੀਅਰਸ ਨੇ ਕਾਂਗਰਸ ਦੇ ਉਹਦਾ ਵਿਰੋਧ ਜਿਵੇਂ ਬਾਕੀ ਸੂਬਿਆਂ 'ਚ ਕਰ ਰਹੇ ਨੇ, ਪੰਜਾਬ 'ਚ ਵੀ ਹੋ ਸਕਦਾ ਹੈ, ਔਰ ਕਾਂਗਰਸ ਹਾਈ ਕਮਾਂਡ ਲਈ ਇਹ ਇੱਕ ਬੜਾ ਮੁਸ਼ਕਲ ਕੰਮ ਬਣ ਸਕਦਾ, ਉਹਨਾਂ ਨੂੰ ਐਮਬੈਰਸਮੈਂਟ ਹੋ ਸਕਦੀ ਹੈ। ਸੋ ਮੈਨੂੰ ਲੱਗਦਾ ਕਿ ਇਹ ਜੋ ਹਾਲਾਤ ਬਣੇ ਨੇ ਉਹਦੇ ਤੋਂ, ਜਿਵੇਂ ਨਵਜੋਤ ਦੇ ਪਹਿਲਾਂ ਵੀ ਹਰ 2 ਮਹੀਨੇ ਬਾਅਦ ਡੇਟ ਪੈ ਰਹੀ ਹੈ, ਹਾਈ ਕਮਾਂਡ ਹਰ 2-3 ਮਹੀਨੇ ਬਾਅਦ ਉਹਨਾਂ ਨੂੰ ਕਹਿ ਦਿੰਦੇ ਨੇ ਜੀ 2 ਮਹੀਨੇ ਬਾਅਦ ਤੁਹਾਨੂੰ ਅਸੀਂ ਐਡਜਸਟ ਕਰ ਦਿਆਂਗੇ, 3 ਮਹੀਨੇ ਬਾਅਦ ਕਰ ਦਿਆਂਗੇ। ਤਾਂ ਮਤਲਬ ਇਹੋ ਹੀ ਹੈਗਾ ਕਿ ਹਾਈ ਕਮਾਂਡ 'ਚ ਇੰਨੀ ਜਾਨ ਹੈ ਨਹੀਂ ਕਿ ਉਹ ਕਿਸੇ ਨੂੰ ਐਡਜਸਟ ਕਰਨ ਦੀ ਤਾਕਤ ਰੱਖਦੀ ਹੋਵੇ। ਤੇ ਇਸ ਹਾਲਾਤ 'ਚ ਹੋ ਸਕਦਾ ਨਵਜੋਤ ਸਿੰਘ ਆਪਣਾ ਕੋਈ ਹੋਰ ਰਸਤਾ ਵੀ ਤਲਾਸ਼ ਰਹੇ ਹੋਣ, ਕੋਈ ਹੋਰ ਸੋਚ ਰਹੇ ਹੋਣ। ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਸਕੇਗਾ। ਓਕੇ ਹਰਕਮਲ ਜੀ, ਇਸ ਮਾਮਲੇ ਤੇ ਇੱਕ ਸਵਾਲ ਜਿਹੜਾ ਹੈਗਾ, ਜਦੋਂ ਦੇ ਨਵਜੋਤ ਸਿੱਧੂ ਆਪਣੇ ਘਰ ਬੈਠੇ ਅਸਤੀਫਾ ਦੇਣ ਤੋਂ ਬਾਅਦ, ਉਦੋਂ ਦੇ ਜਿੱਦਾਂ ਤੁਸੀਂ ਕਹਿ ਰਹੇ ਕਿ ਉਹਨਾਂ ਆਧਾਰ ਬਣਾਉਣਾ ਪਏਗਾ, ਉਹ ਕਿਸੇ ਵੀ ਵੱਡੇ ਜਨਤਕ ਇਕੱਠ 'ਚ, ਪਾਰਟੀ ਦੇ ਪਲੇਟਫਾਰਮ ਤੇ ਜਾਂ ਪਾਰਟੀ ਦੇ ਅਹਿਮ ਪ੍ਰੋਗਰਾਮਾਂ 'ਚ ਕਿਤੇ ਵੀ ਉਹਨਾਂ ਦੀ ਸ਼ਮੂਲੀਅਤ ਜਾਂ ਹਾਜ਼ਰੀ ਨਜ਼ਰ ਨਹੀਂ ਆਈ। ਇੱਕ ਤਰ੍ਹਾਂ ਜੇ ਕਹੀਏ ਤਾਂ ਪਾਰਟੀ ਤੇ ਸਰਕਾਰ ਨੂੰ ਲੈ ਲਓ ਜਾਂ ਪਾਰਟੀ ਦਾ ਪੋਲੀਟੀਕਲ ਜਿਹੜਾ ਢਾਂਚਾ ਉਹਨੂੰ ਲੈ ਲਓ, ਅਜੇ ਤੱਕ ਨਵਜੋਤ ਸਿੱਧੂ ਦੀ ਆਈਸੋਲੇਸ਼ਨ ਹੈ। ਜਿੱਦਾਂ ਦੀਆਂ ਪ੍ਰਸਥਿਤੀਆਂ ਹੁਣ ਬਣ ਗਈਆਂ ਹੈ, ਇਸ ਆਈਸੋਲੇਸ਼ਨ 'ਚੋਂ ਲੱਗਦਾ ਕਿ ਉਹਨਾਂ ਨੂੰ ਨਵਾਂ ਰਾਹ ਅਖਤਿਆਰ ਕਰਨ ਵਾਲੇ ਪਾਸੇ ਵੱਲ ਨੂੰ ਜ਼ਿਆਦਾ ਪ੍ਰਸਥਿਤੀਆਂ ਬਣ ਰਹੀਆਂ, ਪਾਰਟੀ ਦੇ ਅੰਦਰ ਸ਼ਾਇਦ ਸਹਿਮਤੀ ਬਣ ਪਾਏ ਜਾਂ ਨਾ ਬਣ ਪਾਏ। ਜੀ ਹਰਕਮਲ ਜੀ। ਜਗਤਾਰ ਜੀ, ਦੇਖੋ ਜਿਹੜਾ ਸਿਆਸਤ ਇੱਕ ਇਹੋ ਜਿਹੀ ਖੇਡ ਹੈ ਜਿਹਦੇ 'ਚ ਆਈਸੋਲੇਸ਼ਨ ਜਿਹੜੀ ਹੈ ਉਹਦਾ ਕਦੀ ਫਾਇਦਾ ਨਹੀਂ ਹੁੰਦਾ। ਜੇ ਨਵਜੋਤ ਸਿੰਘ ਸਿੱਧੂ ਇਹ ਸੋਚਣ ਕਿ ਉਹ ਘਰ ਬੈਠ ਕੇ ਇਕੱਲੇ ਸਾਲ 2 ਸਾਲ ਸਮਾਂ ਕੱਟ ਲੈਣ ਤੇ ਉਹਦਾ ਉਹਨਾਂ ਨੂੰ ਕੋਈ ਪੋਲੀਟੀਕਲੀ ਫਾਇਦਾ ਹੋਏਗਾ, ਉਹ ਤੇ ਨਹੀਂ ਹੋਏਗਾ। ਸਿਆਸਤ ਇੱਕ ਇਹੋ ਜਿਹੀ ਖੇਡ ਹੈ ਜਿਹਦੇ 'ਚ ਤੁਹਾਨੂੰ ਐਕਟਿਵਲੀ ਪਾਰਟਿਸਿਪੇਟ ਕਰਨਾ ਪੈਂਦਾ ਹੈ, ਲੋਕਾਂ ਤੱਕ ਪਹੁੰਚ ਕਰਨੀ ਪੈਂਦੀ ਹੈ, ਲੋਕਾਂ ਨੂੰ ਨਾਲ ਲੈਣਾ ਪੈਂਦਾ। ਡੈਮੋਕ੍ਰੈਟਿਕ ਸਿਸਟਮ ਕੀ ਹੈਗਾ? ਡੈਮੋਕ੍ਰੈਟਿਕ ਸਿਸਟਮ ਤੇ ਨੰਬਰ ਦਾ ਨਾ, ਵੋਟਾਂ ਦਾ ਹੈਗਾ ਜਾਂ ਨੰਬਰ ਦਾ ਹੈਗਾ। ਤੇ ਜੇ ਤੁਸੀਂ ਨੰਬਰ ਆਪਣੇ ਨਾਲ ਨਹੀਂ ਲੈ ਸਕਦੇ ਤੇ ਤੁਸੀਂ ਕਾਮਯਾਬ ਕਿਸ ਤਰ੍ਹਾਂ ਹੋ ਸਕਦੇ ਹੋ? ਮੇਰੇ ਖਿਆਲ 'ਚ ਜੋ ਮੇਰਾ ਅੰਦਾਜ਼ਾ ਹੈਗਾ, ਜੋ ਜਿਹੋ ਜਿਹੀਆਂ ਖਬਰਾਂ ਨੇ, ਸ਼ਾਇਦ ਨਵਜੋਤ ਸਿੱਧੂ ਵੀ ਇਸ ਗੱਲ ਨੂੰ ਸੋਚ ਰਹੇ ਨੇ। ਮੇਰੇ ਖਿਆਲ ਇਹ ਉਹਨਾਂ ਦੇ ਵੀ ਦਿਮਾਗ 'ਚ ਗੱਲ ਹੈਗੀ ਹੈ ਕਿ ਜਦੋਂ ਪਾਰਟੀ ਹਾਈ ਕਮਾਂਡ ਮੈਨੂੰ ਐਡਜਸਟ ਨਹੀਂ ਕਰ ਪਾ ਰਹੀ ਤੇ ਮੈਨੂੰ ਵੀ ਕੁਝ ਸੋਚਣਾ ਪਏਗਾ। ਜੇ ਅਸੀਂ ਲੋਕ ਸੋਚ ਰਹੇ ਹਾਂ, ਮੇਰੇ ਖਿਆਲ ਉਹ ਵੀ ਅੰਦਾਜ਼ਾ ਲਗਾ ਰਹੇ ਹੋਣਗੇ ਕਿ ਪਾਰਟੀ ਹਾਈ ਕਮਾਂਡ ਇਸ ਹਾਲਾਤ 'ਚ ਉਹਨਾਂ ਨੂੰ ਸ਼ਾਇਦ ਕੋਈ ਬਹੁਤ ਕੁਝ ਦੇ ਨਹੀਂ ਸਕੇਗੀ। ਉਸ ਹਾਲਾਤ 'ਚ ਹੋ ਸਕਦਾ ਕਿ ਨਵਜੋਤ ਸਿੱਧੂ ਕੁਝ ਆਪਣਾ ਹੋਰ ਰਸਤਾ ਅਪਣਾਉਣ, ਹੋਰ ਰਸਤਾ ਲੱਭਣ, ਲੇਕਿਨ ਉਹਦੇ ਬਾਰੇ ਮੈਨੂੰ ਲੱਗਦਾ ਕਿ ਆਉਣ ਵਾਲੇ 2-3-4 ਮਹੀਨਿਆਂ 'ਚ ਸਪਸ਼ਟ ਹੋਏਗਾ। ਜੀ ਬਿਲਕੁਲ ਠੀਕ। ਜਿਹੜਾ ਸਰਬਜੀਤ ਪੰਦੇਰ, ਜਦੋਂ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਦੇ ਸੁਭਾਅ ਬਾਰੇ ਆਪਾਂ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਕਵਰ ਕਰਦੇ ਆ ਰਹੇ ਹਾਂ, ਸਰਕਾਰਾਂ ਕਵਰ ਕਰਦੇ ਆ ਰਹੇ ਹਾਂ, ਕੈਪਟਨ ਅਮਰਿੰਦਰ ਦੇ ਸੁਭਾਅ ਬਾਰੇ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿੱਦਾਂ ਦਾ ਸੰਕਟ ਹੁਣ ਕੌਮੀ ਪੱਧਰ ਤੇ ਖੜਾ ਹੋਇਆ, ਉਹਨਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਤੁਸੀਂ ਨਵਜੋਤ ਸਿੱਧੂ ਦੇ ਕਾਂਗਰਸ 'ਚ ਭਵਿੱਖ ਬਾਰੇ ਜਾਂ ਜਿੱਦਾਂ ਦੇ ਉਹਨਾਂ ਬਾਰੇ ਸੁਪਨੇ ਚਿਤਵੇ ਜਾਂਦੇ ਸੀਗੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਸਥਿਤੀ ਦੇ ਵਿੱਚ? ਪੰਦੇਰ ਜੀ। ਸਿੱਧੂ ਸਾਹਿਬ, ਮੈਂ ਤਾਂ ਥੋੜੀ ਜਿਹੀ ਗੱਲ ਨੂੰ ਹੋਰ ਤਰ੍ਹਾਂ ਦੇਖਣਾ ਚਾਹੂੰਗਾ
ਕਿ ਜੋ ਨਵਜੋਤ ਜੀ ਸਿੱਧੂ ਦੇ ਨਾਲ ਪਹਿਲਾਂ ਹੋਇਆ, ਉਸ ਤੋਂ ਬਾਅਦ ਚੋਂ ਮੱਧ ਪ੍ਰਦੇਸ਼ 'ਚ ਜੋਤੀ ਰਾਧੇ ਸਿੰਧੀਆ ਦੇ ਨਾਲ ਹੋਇਆ, ਉਹ ਸਾਰੇ ਨੂੰ ਜੇ ਅਗਰ ਧਿਆਨ ਦੇ ਨਾਲ ਉਹਦਾ ਟੋਟਲ ਵਿਸ਼ਲੇਸ਼ਣ ਕਰ ਲੈਂਦੇ ਤਾਂ ਸਚਿਨ ਪਾਇਲਟ ਨੂੰ ਅੱਜ ਮੂੰਹ ਦੀ ਖਾਣੀ ਨਾ ਪੈਂਦੀ। ਕਿਉਂਕਿ ਜਿਸ ਤਰ੍ਹਾਂ ਆਪਣੇ ਹਰਕਮਲ ਭਾਜੀ ਉਹਨਾਂ ਨੇ ਦੱਸਿਆ ਕਿ ਗੱਲ ਬਿਲਕੁਲ ਵਾਜਬ ਹੈ ਕਿ ਇਹ ਜਿਹੜੀ ਇਸ ਵੇਲੇ ਮੌਜੂਦਾ ਕਾਂਗਰਸ ਹਾਈ ਕਮਾਂਡ ਆ, ਉਹ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਵਾਲੀ ਹਾਈ ਕਮਾਂਡ ਨਹੀਂ ਹੈ ਕਿ ਉਹਦੇ ਉੱਪਰ ਬਈ ਉਹ ਸਾਰੇ ਦਾ ਸਾਰਾ ਕੰਟਰੋਲ ਪਾਰਟੀ ਦੇ ਉੱਪਰ ਹੋਵੇ। ਪੰਜਾਬ ਦੇ ਵਿੱਚ ਜਿਹੜਾ ਸਪੈਸ਼ਲੀ ਹੈ, ਆਪਾਂ ਤੁਹਾਡੇ ਹੀ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਾਫੀ ਆਪਾਂ ਸਪਸ਼ਟ ਕੀਤੀ ਹੈ, ਆਲਮੋਸਟ ਆਪਾਂ ਕਹਿ ਵੀ ਚੁੱਕੇ ਹਾਂ ਕਿ ਜਿਹੜੀ ਪੰਜਾਬ ਦੀ ਕਾਂਗਰਸ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਹੈ, ਉਹ ਇੱਕ ਰੀਜਨਲ ਪਾਰਟੀ ਵਾਂਗੂ ਸੈਪਰੇਟਲੀ ਫੰਕਸ਼ਨ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਤਾਂ ਉਹਦੇ ਵਿੱਚ ਰੱਦੋ ਬਦਲ ਕਰ ਦਿੱਤੀ ਹੈ ਤੇ ਕਿ ਇੱਕੋ ਰੀਜਨਲ ਪਾਰਟੀ ਦੀ ਗੱਲ ਕਰਦੀ ਹੈ ਔਰ ਆਲ ਇੰਡੀਆ ਕਾਂਗਰਸ ਦੇ ਨਾਲ ਪੰਜਾਬ ਕਾਂਗਰਸ ਦਾ ਅਲਾਇੰਸ ਹੈ। ਸੈਕਿੰਡ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕੀ ਤਾਂ ਇਹ ਤਾਂ ਜ਼ਰੂਰ ਚਾਹੁੰਦੇ ਹੋਣਗੇ ਪੰਜਾਬ ਕਾਂਗਰਸ ਦੇ ਵਿੱਚ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕੋਈ ਹੋਰ ਚੀਫ ਮਿਨਿਸਟਰ ਬਣਾਇਆ ਜਾਵੇ, ਪਰ ਇਹ ਮੈਨੂੰ ਨਹੀਂ ਕੋਈ ਨਜ਼ਰ ਆਉਂਦਾ। ਸਾਰੇ ਦੇ ਸਾਰੇ ਜਿੰਨੀ ਵੀ ਕਾਂਗਰਸ ਦੇ ਵਿਧਾਇਕ ਨੇ, ਪ੍ਰਗਟ ਸਿੰਘ ਹੋ ਸਕਦੇ ਇੱਕ ਹੋਣ ਕਿ ਉਹ ਨਵਜੋਤ ਸਿੱਧੂ ਨੂੰ ਵੋਟਾਂ ਪਾ ਦੇਣ। ਜੇ ਕੱਲ ਨੂੰ ਡਿਵੀਜ਼ਨ ਹੁੰਦੀ ਆ ਕਿ ਜਿਸ ਤਰ੍ਹਾਂ ਰਾਜਸਥਾਨ 'ਚ ਹੋਈ ਹੈ ਕਿ ਗਹਿਲੋਤ ਵਰਸਸ ਸਚਿਨ ਪਾਇਲਟ ਦੇ ਕੋਲ ਤਾਂ ਫਿਰ ਵੀ 18-19 MLA ਸੀਗੇ। ਨਵਜੋਤ ਸਿੱਧੂ ਦੇ ਕੋਲੇ ਇੰਨੇ 2 ਜਣੇ ਸ਼ਾਇਦ 2 ਤੋਂ ਵੱਧ ਗਿਣਤੀ ਹੋਵੇ ਨਾ। ਸੋ ਇਮੀਡੀਏਟਲੀ ਪੰਜਾਬ ਦੇ ਵਿੱਚ ਨਾ ਹੀ ਕੋਈ ਐਸਾ ਖਤਰਾ ਵਾ। ਦੂਸਰੀ ਗੱਲ ਇਹ ਹੈ ਕਿ ਪੰਜਾਬ ਨੂੰ ਦੇਖੋ ਜਿਹੜੀ ਬੀਜੇਪੀ ਹੈ, ਚਾਹੇ ਡਿਨਾਈ ਕਰ ਰਹੀ ਹੋਵੇ ਪੂਰੇ ਦਾ ਪੂਰਾ, ਉਹ ਮੱਧ ਪ੍ਰਦੇਸ਼ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਮੀਡੀਆ ਸਰਕਲ 'ਚ ਹੋ ਗਿਆ ਸੀ ਕਿ ਅਗਲੀ ਵਾਰੀ ਹੁਣ ਰਾਜਸਥਾਨ ਦੀ ਲੱਗਣੀ ਹੈ ਤੇ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਹੁਣ ਉਹ ਵੈਸੇ ਹੀ ਕੋਈ ਬੜਾ ਟਾਈਮ ਰਹਿ ਨਹੀਂ ਗਿਆ, ਡੇਢ ਕੁ ਸਾਲ ਹੋਰ ਰਹਿ ਗਿਆ। ਉਹਦੇ ਵਿੱਚ ਉੱਥੇ ਤੱਕ ਸ਼ਾਇਦ ਜਿਹੜੀ ਬੀਜੇਪੀ ਦੀ ਹਾਈ ਕਮਾਂਡ ਹੈ ਉਹ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਸ ਨੇ, ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੂਗੀ। ਔਰ ਪੰਜਾਬ ਕੋਈ ਵੱਡੀ ਸਟੇਟ ਵੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਜੇ ਤੁਸੀਂ ਇਹ ਦੇਖੋ 13 ਤਾਂ MP ਲੋਕ ਸਭਾ ਦੇ ਨੇ, 9 MP ਹੈਗੇ ਆ ਰਾਜ ਸਭਾ ਦੇ। ਸੋ ਇਹਦੇ ਵਿੱਚ ਇਹ ਮੈਟਰ ਵੀ ਨਹੀਂ ਕਰਦੀ। ਤੀਸਰੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਜਿਹੜੀ ਖੁਦ ਦੀ ਆਪਣੀ ਜਿਹੜੀ ਹੋਂਦ ਹੈ ਉਹ ਅਕਾਲੀ ਦਲ ਦੇ ਉੱਤੇ ਨਿਰਭਰ ਕਰਦੀ ਹੈ ਤੇ ਉਹ ਹਾਲੇ ਵੀ ਬੀਜੇਪੀ ਇਸ ਸਥਿਤੀ ਦੇ ਵਿੱਚ ਨਹੀਂ ਆਈ ਕਿ ਉਹ ਇੰਡੀਪੈਂਡੈਂਟਲੀ ਕਿਸੇ ਵੀ ਲੀਡਰ, ਚਾਹੇ ਨਵਜੋਤ ਸਿੱਧੂ ਵਰਗਾ ਕਦਾਵਰ ਲੀਡਰ ਵੀ ਉਹਨਾਂ ਦਾ ਮੋਢੀ ਹੋ ਜੇ, ਉਹ ਆਪਣੇ ਲੈਵਲ ਦੇ ਉੱਤੇ ਸਰਕਾਰ ਬਣਾਉਣ 'ਚ ਇੰਡੀਪੈਂਡੈਂਟਲੀ ਸਰਕਾਰ ਬਣਾ ਲੈਣ। ਸੋ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਕਿਸੇ ਹੋਰ ਸੂਬੇ ਦੇ ਨਾਲ ਆਈ ਥਿੰਕ ਕੰਪੈਰੀਜ਼ਨ ਨਹੀਂ ਬਣ ਪਾਊਗਾ। ਜੀ ਬਿਲਕੁਲ ਜਿਹੜਾ ਗਾ ਰਾਸ਼ਦ ਜੀ ਜੋ ਕਮੈਂਟਸ ਪੰਧੇਰ ਸਾਹਿਬ ਨੇ ਕੀਤੇ ਹੈਗੇ ਆ, ਜਦੋਂ ਆਪਾਂ ਪੰਜਾਬ ਦੀ ਜਿੱਦਾਂ ਪੰਧੇਰ ਹੋਣਾ ਨੇ ਕਿਹਾ ਜ਼ਿਕਰ ਕਰਦੇ ਹਾਂ, ਗੱਲ ਕਰਦੇ ਹੈਗੇ ਆ, ਤਾਂ ਪੰਜਾਬ ਦੇ ਅੰਦਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਧਿਰ ਹੈ, ਇੱਕ ਤਾਂ ਆਪ ਪਾਰਟੀ ਹੈ, ਉਹ ਦੂਜਾ ਅਕਾਲੀ ਦਲ ਉਹਨਾਂ ਦੇ ਸਹਿਯੋਗੀ ਹੈ। ਦੋਨੇ ਧਿਰਾਂ ਦੀ ਲੱਗਦਾ ਕਿ ਪੰਜਾਬ 'ਚ ਇੰਨੀ ਵੱਡੀ ਕੋਈ ਥਾਂ ਨਹੀਂ ਹੈ, ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਇਹ ਸਥਿਤੀਆਂ ਵੀ ਲੱਗ ਹੈ ਕੈਪਟਨ ਅਮਰਿੰਦਰ ਨੂੰ ਇਸ ਗੱਲ ਦਾ ਵੀ ਮੇਰੇ ਖਿਆਲ ਸਿੱਧੇ ਤੌਰ 'ਤੇ ਫਾਇਦਾ ਜਾ ਰਿਹਾ ਹੈ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੰਡੀ ਵੀ ਹੈ ਜਾਂ ਜਿਹੜੀ ਕਿ ਕਿਸੇ ਵੱਡੇ ਦਬਾਅ 'ਚ ਹੁੰਦੀ ਲੰਘ ਰਹੀ ਹੈ। ਜੀ ਪ੍ਰਾਸ਼ਾ ਜੀ। ਜਗਤਾਰ ਜੀ, ਇਹਦੇ ਵਿੱਚ ਇਹ ਗੱਲ ਬੜੀ ਸਿੰਪਲ ਹੈ ਕਿ ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨਾਲ ਡੀਲ ਕਰਨ ਵੇਲੇ ਜਿਹੜੇ ਆਪਣੇ ਪੱਤੇ ਜਿਹੜੇ ਨੇ ਪਹਿਲੇ ਦਿਨ ਤੋਂ ਬਹੁਤ ਅੱਛੀ ਤਰ੍ਹਾਂ ਖੇਲੇ ਆ। ਜਿਸ ਵੇਲੇ ਉਹ ਪਾਰਟੀ ਸ਼ਾਮਲ ਹੋਏ ਤੇ ਹਾਈ ਕਮਾਂਡ ਨੇ ਕਿਹਾ ਕਿ ਜੀ ਇਹਨਾਂ ਨੇ ਪਾਰਟੀ ਸ਼ਾਮਲ ਹੋਣਾ ਹੈ ਤੇ ਇਹਨੂੰ ਅੱਛੀ ਤਰ੍ਹਾਂ ਜਗ੍ਹਾ ਦਿੱਤੀ ਜਾਏ, ਉਹਦਾ ਖਿਆਲ ਸੀ ਕਿ ਸ਼ਾਇਦ ਕੋਈ ਡਿਪਟੀ CM ਜੋ IG ਪੋਸਟ ਮਿਲ ਜਾਏ। ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਜਿਹੜਾ ਕਿ ਸੀ ਇਹਨੂੰ ਕੈਬਨਿਟ ਵਿੱਚ ਸ਼ਾਮਲ ਕਰ ਲਾਂਗੇ, ਲੇਕਿਨ ਡਿਪਟੀ CM ਦੀ ਗੱਲ ਕੋਈ ਨਹੀਂ, ਕੋਈ ਅੱਛਾ ਇਹਨਾਂ ਨੂੰ ਪੋਰਟਫੋਲੀਓ ਦੇ ਜਿਹੜਾ ਕਿ ਲੋਕਲ ਬਾਡੀ ਦਾ ਦੇ ਦਿੱਤਾ। ਔਰ ਜਿਸਲੇ ਨਵਜੋਤ ਸਿੱਧੂ ਨੇ ਛਾਣ ਦੀ ਕੋਸ਼ਿਸ਼ ਕੀਤੀ ਆਪਣੀ ਤੇ ਉਸ ਤੋਂ ਫਿਰ ਕੈਪਟਨ ਅਮਰਿੰਦਰ ਨੇ ਉਹਦੇ ਪਰ ਕੱਟਤੇ ਤਾਂ ਉਹਨਾਂ ਨੂੰ ਪੋਰਟਫੋਲੀਓ ਬਦਲ ਦਿੱਤਾ। ਉਸਦੀ ਡਿਮਾਂਡ ਬੜੀ ਭਾਰੀ ਉੱਠੀ ਸੀ ਪਾਰਟੀ ਦੇ ਵਿੱਚ ਕਿ ਇਹਨਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਤਾ ਜਾਵੇ। ਔਰ ਕੈਪਟਨ ਅਮਰਿੰਦਰ ਨੇ ਸ਼ਾਇਦ ਇੱਕ ਵਾਰੀ ਮੂਡ ਵੀ ਬਣਿਆ ਸੀ ਕਿ ਉਹਨੂੰ ਕੱਢਿਆ, ਲੇਕਿਨ ਫਿਰ ਉਹਨਾਂ ਨੇ ਸੋਚਿਆ ਕਿ ਬਜਾਏ ਇਹਦੇ ਕਿ ਆਪਾਂ ਇਹਨਾਂ ਨੂੰ ਕਹੀਏ ਕੋਈ ਇਹੋ ਜਿਹਾ ਹਾਲਾਤ ਪੈਦਾ ਕਰ ਦਈਏ ਕਿ ਆਪ ਹੀ ਨਿਕਲ ਜਾਣ। ਉਹ ਜਿਹੜਾ ਪੋਰਟਫੋਲੀਓ ਬਦਲਿਆ ਕਿ ਮਹੀਨਾ ਤੱਕ ਤਾਂ ਨਵਜੋਤ ਸਿੱਧੂ ਨੇ ਆਪਣਾ ਨਵਾਂ ਚਾਰਜ ਸਾਂਭਿਆ ਨਹੀਂ ਤੇ ਬਾਅਦ 'ਚ ਫਿਰ ਆਪਣਾ ਚੁੱਪ ਕਰਕੇ ਅਸਤੀਫਾ ਭੇਜਤਾ
ਔਰ ਅਸਤੀਫਾ ਦੇਣ ਤੋਂ ਬਾਅਦ ਇਕਾਂਤਵਾਸ ਕਰਨ ਲਈ ਫਿਰ ਵੈਸ਼ਨੋ ਦੇਵੀ ਚਲੇ ਗਏ। ਉਹਨਾਂ ਖਿਆਲ ਸੀ ਕਿ ਸਰ ਇਸ ਦੌਰਾਨ ਸ਼ਾਇਦ ਕਿ ਹਾਈ ਕਮਾਂਡ ਇੰਟਰਵੀਨ ਕਰੇਗਾ ਤੇ ਕੈਪਟਨ ਅਮਰਿੰਦਰ ਤੋਂ ਪ੍ਰੈਸ਼ਰ ਪਾ ਕੇ ਮੈਨੂੰ ਦੁਬਾਰਾ ਲਏਗਾ, ਉਹ ਕੰਮ ਹੋਇਆ ਨਹੀਂ। ਔਰ ਹੁਣ ਵੀ ਦੇਖੋ ਕੈਪਟਨ ਅਮਰਿੰਦਰ ਹੁਣ ਵੀ ਇਹੀ ਕਹਿ ਰਹੇ ਹੈ ਕਿ ਅਗਰ ਨਵਜੋਤ ਸਿੱਧੂ ਵਾਪਸ ਆਉਣਾ ਚਾਹੁੰਦੇ ਹੈ ਤੇ ਮੈਂ ਉਹਨਾਂ ਨੂੰ ਵੈਲਕਮ ਵੀ ਆ ਸਕਦੇ ਹਾਂ, ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈ। ਲੇਕਿਨ ਉਹ ਕੀ ਰੋਲ ਹੋਏਗਾ ਉਹਨਾਂ ਦਾ ਪਾਰਟੀ ਦੇ ਵਿੱਚ ਜਾਂ ਕੈਬਨਿਟ ਦੇ ਵਿੱਚ, ਉਹਦਾ ਫੈਸਲਾ ਹਾਈ ਕਮਾਂਡ ਕਰੇਗਾ। ਹਾਈ ਕਮਾਂਡ ਨੂੰ ਆਪਣੀ ਪਈ ਹੋਈ ਹੈ, ਉਹਨਾਂ ਦਾ ਆਪਣਾ ਤਬੜੀ ਹੈ, ਇੱਥੇ ਧਿਆਨ ਦੇ ਲਈ ਟਾਈਮ ਹੀ ਕੋਈ ਨਹੀਂ। ਤੇ ਇਸ ਦੌਰਾਨ ਜਿਹੜੀ ਸਾਰੀ ਜਿਹੜੀ ਉਧੇੜ-ਬੁਣ ਹੈ ਉਹਦੇ ਵਿੱਚ ਟਾਈਮ ਬੀਤਦਾ ਜਾ ਰਿਹਾ ਹੈ। ਔਰ ਇਹ ਨਵਜੋਤ ਸਿੱਧੂ ਦਾ ਹੱਥ ਫੜਨ ਵਾਲਾ ਨਾ ਸੈਂਟਰ 'ਚ ਹੈ ਕੋਈ, ਔਰ ਨਾ ਹੀ ਪੰਜਾਬ 'ਚ ਹੈ। ਤਾਂ ਇਸ ਕਰਕੇ ਉਹ ਆਪਣਾ ਆਰਾਮ ਨਾਲ ਉੱਥੇ ਅੰਮ੍ਰਿਤਸਰ ਬੈਠੇ ਹੈ। ਕਦੀ ਉਹ ਫੇਸਬੁੱਕ 'ਤੇ ਆ ਜਾਂਦੇ ਹੈ, ਕਦੇ ਉਹ NRI ਸਭਾ ਨੂੰ ਐਡਰੈਸ ਕਰ ਦਿੰਦੇ ਆ, ਕਦੀ ਕੁਛ ਕਰ ਦਿੰਦੇ ਆ। ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਹੀ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਪੰਡਿਤ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਮੁੱਦੇ ਤੇ ਕਮੈਂਟਸ ਕਰਨਾ ਚਾਹੁੰਦੇ ਸੀ, ਉਸ ਤੋਂ ਬਾਅਦ ਆਪਾਂ ਉਸ ਮੁੱਦੇ ਤੇ ਆ ਰਹੇ ਹਾਂ ਜਿਹੜਾ ਕਿ ਬਹੁਤ ਵੱਡਾ ਵਿਵਾਦਿਤ ਮੁੱਦਾ ਡੇਰਾ ਮੁਖੀ ਦੀ ਪੋਸ਼ਾਕ ਨੂੰ ਲੈ ਕੇ ਬਣਿਆ ਔਰ ਸਿੱਧੇ ਤੌਰ ਤੇ ਟਾਰਗੇਟ ਬਣ ਰਿਹਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ। ਪੰਡਿਤ ਜੀ, ਤੁਸੀਂ ਨਵਜੋਤ ਸਿੱਧੂ ਬਾਰੇ ਕੀ ਕਹਿਣਾ ਚਾਹੁੰਦੇ ਸੀ ਬ੍ਰੇਕ ਤੋਂ ਪਹਿਲਾਂ? ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜੋ ਪ੍ਰਾਸ਼ਰ ਸਾਹਿਬ ਇਹ ਕਹਿ ਰਹੇ ਆ ਕਿ ਬਿਲਕੁਲ ਕਿ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੱਧੂ ਦੀ ਐਕਸੈਪਟੇਬਿਲਿਟੀ ਇੰਨੀ ਨਹੀਂ ਹੈਗੀ। ਨਵਜੋਤ ਸਿੱਧੂ ਨੂੰ ਆਲਮੋਸਟ ਸਾਰੀ ਜਿਹੜੀ ਪਾਰਟੀ ਹੈ ਸਣੇ ਕੈਪਟਨ ਅਮਰਿੰਦਰ ਸਿੰਘ ਜਾਂ ਬਾਕੀ ਦੇ ਜਿਹੜੇ ਫੈਕਸ਼ਨ ਨੇ, ਸੁਨੀਲ ਜਾਖੜ ਕਹਿ ਲਓ, ਈਵਨ ਜਿਹੜੇ ਸੁਖੀ ਰੰਧਾਵਾ, ਤ੍ਰਿਪਤ ਬਾਜਵਾ, ਹੋਰ ਵੀ ਕਈਆਂ ਨੂੰ ਕਹਿ ਲਓ, ਉਹਨਾਂ ਵੱਲੋਂ ਵੀ ਕੋਈ ਹੁੰਗਾਰਾ, ਜ਼ਬਰਦਸਤ ਹੁੰਗਾਰਾ ਨਹੀਂ ਮਿਲਿਆ। ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਜਦੋਂ ਸਾਰਾ ਵਾਦ ਵਿਵਾਦ ਹੋਇਆ, ਨਵਜੋਤ ਸਿੰਘ ਸਿੱਧੂ ਉਦੋਂ ਵੀ ਇਕੱਲੇ ਹੀ ਰਹਿ ਗਏ ਸੀਗੇ। ਸੋ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚ, ਮੌਜੂਦਾ ਕਾਂਗਰਸ ਪਾਰਟੀ ਦਾ ਜਿਹੜਾ ਢਾਂਚਾ ਉਹਦੇ ਵਿੱਚ ਬੇਸ਼ੱਕ ਕੋਈ ਸਪੋਰਟ ਨਾ ਮਿਲੇ, ਪਰ ਜਿਹੜੀ ਲੋਕਾਂ ਦੇ ਵਿੱਚ ਹੈ, ਪੰਜਾਬ ਦੇ ਜਿਹੜੇ ਲੋਕਾਂ 'ਚ NRIs ਦੇ ਵਿੱਚ ਹੈ, ਉਹਦੇ ਵਿੱਚ ਉਭਾਰ ਬਹੁਤ ਜ਼ਬਰਦਸਤ ਆ। ਉਹ ਲੋਕਾਂ ਨੂੰ ਲੱਗਦਾ ਵਾ, ਉਹਨਾਂ ਨੂੰ ਆਸ ਵੀ ਹੈਗੀ ਆ ਕਿ ਜੇ ਨਵਜੋਤ ਸਿੱਧੂ ਪੰਜਾਬ ਨੂੰ ਲੀਡ ਕਰਨ ਤਾਂ ਸ਼ਾਇਦ ਕੋਈ ਜਿਹੜਾ ਬਦਲ ਆ ਜਾਏ ਤੇ ਕੋਈ ਰਾਹਤ ਦੀ ਜਾਂ ਕਿਸੇ ਪਾਸੇ ਕੋਈ ਠੰਡੀ ਹਵਾ ਆਵੇ, ਕੋਈ ਠੰਡਾ ਬੁੱਲਾ ਆਵੇ ਹਵਾ। ਜੀ, ਥੈਂਕ ਯੂ ਵੈਰੀ ਮਚ। ਹਰਕਮਲ ਜੀ, ਜਿਸ ਮਾਮਲੇ ਤੇ ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ ਉਹ ਹੈ ਡੇਰਾ ਮੁਖੀ ਦੀ ਪੋਸ਼ਾਕ ਨੂੰ ਲੈ ਕੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਆ ਕੇ ਇਸੇ ਘਟਨਾਕ੍ਰਮ ਦੇ ਨਾਲ ਜੁੜ ਜਾਂਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਦੋਂ ਸਿੱਧੇ ਤੌਰ ਤੇ ਮੀਡੀਆ ਦੇ ਅੰਦਰ ਇਹ ਗੱਲ ਕਹਿਣ ਕਿ ਸੁਖਬੀਰ ਬਾਦਲ ਨੂੰ ਇਸ ਪੋਸ਼ਾਕ ਦੇ ਮੁੱਦੇ ਤੇ ਜਿਹੜੇ ਦੋਸ਼ ਲੱਗੇ ਹੈ ਔਰ ਵੀ ਇੱਕ ਡੇਰੇ ਦੀ ਬੀਬੀ ਵੱਲੋਂ ਲਗਾਏ ਗਏ ਹੈ, ਉਹਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਬਹੁਤ ਵੱਡਾ ਵਿਵਾਦ ਖੜਾ ਹੋ ਗਿਆ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਰਹੀਆਂ, ਕਈ ਤਰ੍ਹਾਂ ਦੇ ਸਵਾਲ, ਸੁਖਬੀਰ ਬਾਦਲ ਨੂੰ ਪੰਥ ਚੋਂ ਖਾਰਜ ਕਰਨ ਦੀਆਂ ਗੱਲਾਂ ਜਾਂ ਆਵਾਜ਼ਾਂ ਵੀ ਉੱਠ ਰਹੀਆਂ। ਜੋ ਕੁਝ ਵਾਪਰ ਰਿਹਾ ਹੈ, ਹਰਕਮਲ ਜੀ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ? ਜਗਤਾਰ ਜੀ, ਇਹ ਬਹੁਤ ਹੀ ਸੰਗੀਨ ਮਾਮਲਾ ਹੈ ਕਿ ਡੇਰੇ ਦੇ ਪ੍ਰਬੰਧ ਦੀ ਇੱਕ ਸੀਨੀਅਰ, ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਕੋਈ ਕਾਰਕੁਨ ਜਿਹੜੀ ਹੈ, ਉਹ ਇੱਕ ਪੱਤਰਕਾਰ ਸੰਮੇਲਨ 'ਚ ਆ ਕੇ ਐਲੀਗੇਸ਼ਨ ਲਾ ਰਹੀ ਹੈ ਸੁਖਬੀਰ ਦੇ ਉੱਤੇ, ਜਿੱਥੇ ਉਹਨਾਂ ਦੇ ਨਾਲ ਬਾਕੀ ਸੀਨੀਅਰ ਕਾਰਕੁਨ ਵੀ ਹਾਜ਼ਰ ਸਨ, ਉਹਨਾਂ ਦੇ ਲੀਗਲ ਜਿਹੜੇ ਐਕਸਪਰਟ ਨੇ ਉਹ ਵੀ ਹਾਜ਼ਰ ਸਨ। ਉੱਥੇ ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਆ ਕੇ। ਸੋ ਮੇਰੇ ਖਿਆਲ ਦੇ ਵਿੱਚ ਇਹਦਾ ਲੋਕਾਂ ਦੇ, ਪੰਜਾਬ ਦੇ ਲੋਕਾਂ ਤੇ ਬਹੁਤ ਵੱਡਾ, ਬਹੁਤ ਗਹਿਰਾ ਇਸ ਐਲੀਗੇਸ਼ਨ ਦਾ ਅਸਰ ਜਾਏਗਾ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਉਹਨਾਂ ਨੂੰ ਇਹਦਾ ਸਪਸ਼ਟੀਕਰਨ ਅਲਟੀਮੇਟਲੀ ਦੇਣਾ ਪਏਗਾ ਔਰ ਇਸ ਸਾਰੀ ਇਹ ਜਿਹੜੇ ਐਲੀਗੇਸ਼ਨਸ ਨੇ ਇਹਨਾਂ ਚੋਂ ਨਿਕਲਣਾ ਪਏਗਾ, ਅਦਰਵਾਈਜ਼ ਉਹਨਾਂ ਲਈ ਬਹੁਤ ਮੁਸ਼ਕਲ ਹਾਲਾਤ ਹੋ ਸਕਦੇ ਨੇ। ਮੇਰੇ ਖਿਆਲ ਸਿੰਘ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈਗਾ ਕਿ ਇਹੋ ਜਿਹੇ ਜਿਹੜਾ ਐਲੀਗੇਸ਼ਨ ਹੈ ਉੱਤੇ ਤੁਸੀਂ ਚੁੱਪ ਕਰਕੇ ਜਾਂ ਖਾਮੋਸ਼ੀ ਦੇ ਨਾਲ ਤੁਸੀਂ ਉਹਨੂੰ ਖਤਮ ਨਹੀਂ ਕਰ ਸਕਦੇ। ਰੀਜ਼ਨ ਬੀਇੰਗ ਕਿ ਇਹ ਜਿਹੜਾ ਇੱਕ ਐਲੀਗੇਸ਼ਨ ਹੈ, ਇਹਦਾ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਿੱਖਾਂ ਨੇ ਅਕਾਲੀ ਦਲ ਤੋਂ, ਸਿੱਖਾਂ ਤੋਂ ਇਸ ਗੱਲ ਦਾ ਜਵਾਬ ਮੰਗਣਾ, ਕਿਉਂਕਿ ਬਹੁਤ ਸੀਰੀਅਸ ਗੱਲ ਹੈਗੀ ਹੈ। ਇਸੇ ਗੱਲ ਦੇ ਉੱਤੇ ਤੁਹਾਨੂੰ ਯਾਦ ਹੋਣਾ ਕਿ ਡੇਰਾ ਮੁਖੀ ਨੂੰ ਪੰਥ ਚੋਂ ਛੇਕਿਆ ਗਿਆ ਸੀ, ਉਸ ਜਿਹੜੀ ਉਹਨੇ ਕਾਰਵਾਈ ਕੀਤੀ ਸੀ, ਤੇ ਜੇ ਚੋਲਾ ਹੀ ਉਸ ਟਾਈਮ ਉਹ ਅਕਾਲੀ ਦਲ ਦਾ ਪਾ ਕੇ ਬੈਠਾ ਹੋਇਆ ਸੀ, ਉਹ ਉਹਦੇ ਨਾਲ ਇੱਕ ਹੋਰ ਸੀਰੀਅਸ ਮਾਮਲਾ ਬਣ ਜਾਂਦਾ। ਦੂਸਰਾ ਇੱਕ ਮਾਮਲਾ ਜਿਹੜਾ ਬਹੁਤ ਜ਼ੋਰ ਨਾਲ ਇਸ ਵੇਲੇ ਚੱਲ ਰਿਹਾ, ਉਹ ਕਹਿੰਦੇ ਜੀ ਕਿ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੰਮ ਲਈ ਖਰਚੇ ਕਿ ਬਾਬਾ ਜਿਹੜਾ ਅਸੀਂ ਜਿਹੜਾ ਉਹਨੂੰ ਮਾਫ ਕੀਤਾ ਹੈਗਾ, ਉਹ ਠੀਕ ਕੀਤਾ ਹੈਗਾ। ਸ਼੍ਰੋਮਣੀ ਕਮੇਟੀ ਨੂੰ ਬਾਬੇ ਦੀ ਮਾਫੀ ਤੇ ਇੰਨਾ ਸਪਸ਼ਟੀਕਰਨ ਦੇਣ ਦੀ
ਕੀ ਲੋੜ ਸੀ ਕਿ ਉਹਨਾਂ ਨੇ 90 ਲੱਖ ਰੁਪਏ ਖਰਚ ਦਿੱਤਾ। ਮੇਰੇ ਖਿਆਲ 'ਚ ਇਹ ਇਸ਼ੂ ਵੀ ਆਉਣ ਵਾਲੇ ਦਿਨਾਂ 'ਚ ਜਵਾਬ ਮੰਗੇਗਾ। ਸ਼੍ਰੋਮਣੀ ਕਮੇਟੀ ਨੂੰ ਉਹਦੇ ਤੇ ਜਵਾਬਦੇਹ ਬਣਨਾ ਪਏਗਾ। ਔਰ ਹੁਣ ਜਿਵੇਂ ਜਿਸ ਢੰਗ ਦੇ ਨਾਲ ਇਹ ਪਰਤਾਂ ਕੇਸ ਦੀਆਂ ਖੁੱਲ ਰਹੀਆਂ, ਬੇਅਦਬੀ ਵਾਲੇ ਕੇਸਾਂ ਦੀਆਂ ਜਿਵੇਂ ਪਰਤਾਂ ਖੁੱਲ ਰਹੀਆਂ, ਜਿਵੇਂ ਗੱਲ ਬਿਲਕੁਲ ਸਾਹਮਣੇ ਆ ਰਹੀ ਹੈ, ਹੁਣ ਸਪਸ਼ਟ ਹੋ ਰਹੀ ਹੈ ਕਿ ਇਹ ਸਾਰੀ ਜੋ ਘਟਨਾਕ੍ਰਮ ਸੀ, ਜੋ ਸਾਰੀ ਸਾਜ਼ਿਸ਼ ਸੀ, ਇਹਦੇ ਪਿੱਛੇ ਡੇਰਾ ਮੁਖੀ ਹੋ ਸਕਦੇ ਨੇ ਜਾਂ ਉਹਨਾਂ ਦੀ ਕੋਈ ਸ਼ੈ ਹੋ ਸਕਦੀ ਹੈ। ਸੋ ਮੇਰੇ ਖਿਆਲ ਦੇ ਵਿੱਚ ਇੱਕ ਇਹ ਵੀ ਬੜਾ ਵੱਡਾ ਸਵਾਲ ਹੈਗਾ ਕਿ ਅਕਾਲੀਆਂ ਦੇ ਜਿਹੜਾ ਰਾਜ ਸੀ 2 ਸਾਲ ਦਾ, ਉਹਨਾਂ ਦਾ 3 ਸਾਲ ਦਾ ਕਾਂਗਰਸ ਦਾ, ਇਹ ਮੁੱਦਾ ਕਿਉਂ ਥੱਲੇ ਛੁਪਾ ਕੇ ਰੱਖਿਆ ਗਿਆ ਕਿ ਬਾਬੇ ਤੱਕ ਗੱਲ ਨਾ ਪਹੁੰਚਣ ਦਿੱਤੀ ਜਾਏ। ਇਹਦੇ ਪਿੱਛੇ ਕੌਣ ਸੀ? ਬਾਬੇ ਨੂੰ ਬਚਾਉਣ ਲਈ ਕੌਣ ਐਫਰਟ ਕਰ ਰਿਹਾ ਸੀ? ਤੁਸੀਂ ਦੇਖੋ ਕਿ ਜਦੋਂ ਡੇਰੇ ਦੇ ਆਪਣੇ ਉਹਨਾਂ ਦੇ ਕਾਰਜਕਰਤਾ ਜਿਹੜੇ ਫੜੇ ਗਏ ਨੇ, ਜਿਨ੍ਹਾਂ ਨੇ ਆਪ ਕਿਹਾ ਕਿ ਜੀ ਸਾਨੂੰ ਬਾਬਾ ਜੀ ਦਾ ਜਿਹੜਾ ਪੋਲੀਟੀਕਲ ਸੈਕਟਰੀ ਸੀ ਉਹ ਪੈਸੇ ਦੇ ਰਿਹਾ ਸੀ ਔਰ ਉਹੀ ਸਾਨੂੰ ਡਾਇਰੈਕਸ਼ਨ ਦੇ ਰਿਹਾ ਸੀ ਕਿ ਤੁਸੀਂ ਆਹ ਕੰਮ ਕਰਨਾ ਹੈਗਾ, ਇਸ ਢੰਗ ਦੇ ਨਾਲ ਕਰਨਾ ਹੈ। ਸੋ ਉਹਦੇ ਬਾਵਜੂਦ ਵੀ ਜੇ ਪੁਲਿਸ ਅੱਗੇ ਨਹੀਂ ਤੁਰੀ ਹੈਗੀ ਜਾਂ ਜਾਂਚ ਏਜੰਸੀਆਂ ਅੱਗੇ ਨਹੀਂ ਤੁਰੀਆਂ, ਉਹਦੇ ਪਿੱਛੇ ਕੌਣ ਸੀ? ਕੌਣ ਪ੍ਰੋਟੈਕਟ ਕਰ ਰਿਹਾ ਸੀ? ਤੁਸੀਂ ਦੇਖੋ, ਇਸ ਤੋਂ ਪਹਿਲਾਂ ਮੌੜ ਬੰਬ ਬਲਾਸਟ ਹੋਇਆ ਸੀ, ਤੁਹਾਨੂੰ ਯਾਦ ਹੋਏਗਾ, ਅਕਾਲੀ ਗਵਰਨਮੈਂਟ 'ਚ ਹੋਇਆ ਸੀ। ਉਹਦੀ ਅਕਾਲੀ ਗਵਰਨਮੈਂਟ 'ਚ ਜਾਂਚ ਹੋਈ, ਉਹ ਬੰਦੇ ਵੀ ਲੱਭ ਲਏ, ਸਾਰਾ ਕੁਝ ਹੋ ਗਿਆ। ਹੁਣ ਉਸ ਕੇਸ ਦੇ ਵਿੱਚ ਵੀ ਅਗੇਨ ਇਹੋ ਸੀ ਕਿ ਜਿਹੜੀ ਉਹ ਕਾਰ ਜਿਹਦੇ 'ਚ ਬੰਬ ਲਾ ਕੇ ਚਲਾਇਆ ਗਿਆ ਸੀ, ਉਹ ਡੇਰਾ ਮੁਖੀ ਦੀ ਪਰਸਨਲ ਵਰਕਸ਼ਾਪ ਦੇ ਵਿੱਚ ਤਿਆਰ ਹੋਈ ਸੀ। ਜਿਹੜੇ ਉਹਦੇ ਮੋਸਟ ਟਰਸਟਡ ਬੰਦੇ ਸੀ, ਉਹਨਾਂ ਨੇ ਉਸ ਕਾਰ ਨੂੰ ਤਿਆਰ ਕੀਤਾ ਸੀ ਔਰ ਉਸ ਕਾਰ ਦੇ ਵਿੱਚ ਬੰਬ ਲਾ ਕੇ ਉੱਥੇ ਚਲਾਇਆ ਗਿਆ। ਜਿਹੜੇ ਬੰਦੇ ਚਲਾਉਣ ਵਾਲੇ ਉਹ ਵੀ ਡੇਰੇ ਨਾਲ ਸੰਬੰਧਿਤ ਸੀ। ਸਾਰਾ ਕੁਝ ਸਾਹਮਣੇ ਆ ਗਿਆ, ਲੇਕਿਨ ਡੇਰਾ ਮੁਖੀ ਤੱਕ ਜਾਂਚ ਏਜੰਸੀਆਂ ਨਹੀਂ ਗਈਆਂ, ਉਦੋਂ ਪਹਿਲਾਂ ਖੜੀਆਂ ਹੋ ਗਈਆਂ, ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੋ ਮੇਰੇ ਖਿਆਲ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਅਲਟੀਮੇਟਲੀ ਜਿਹੜੀ ਪਿਛਲੀ ਅਕਾਲੀ ਗਵਰਨਮੈਂਟ ਸੀ ਔਰ ਹੁਣ ਪ੍ਰੈਜ਼ੈਂਟ ਜਿਹੜੀ ਕੈਪਟਨ ਅਮਰਿੰਦਰ ਦੀ ਗਵਰਨਮੈਂਟ ਹੈ, ਉਹਨਾਂ ਨੂੰ ਇਹਨਾਂ ਸਾਰੇ ਮੁੱਦਿਆਂ ਦਾ ਜਵਾਬ ਦੇਣਾ ਪਏਗਾ ਕਿ ਉਹ ਡੇਰਾ ਮੁਖੀ ਜਾਂਚ ਏਜੰਸੀਆਂ ਨੂੰ ਜਾਣ ਤੋਂ ਕਿਉਂ ਰੋਕ ਰਹੇ ਸੀ। ਹਰਕੰਵਲ ਜੀ, ਬਹੁਤ ਵੱਡਾ ਸਵਾਲ ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਡੇਰਾ ਮੁਖੀ ਨੂੰ ਆਖਰ ਕੌਣ ਬਚਾ ਰਿਹਾ? ਜਦੋਂ ਮੌੜ ਬੰਬ ਕਾਂਡ ਦੀ ਗੱਲ ਕਰਦੇ ਹੋ, ਉਹਦੇ ਬਾਰੇ ਕੋਈ ਜਾਂਚ ਅੱਗੇ ਨਹੀਂ ਤੁਰੀ। ਜੇ ਆਪਾਂ ਡੇਰਾ ਮੁਖੀ ਦੇ ਮਾਮਲੇ ਦੀ ਗੱਲ ਕਰਦੇ ਹਾਂ, ਸਬੂਤ ਹੋਣ ਦੇ ਬਾਵਜੂਦ ਵੀ ਜਾਂਚ ਅੱਗੇ ਨਹੀਂ ਤੁਰੀ। ਹੁਣ ਵੀ ਜਿਹੜਾ ਕਾਂਗਰਸ ਦੇ ਆਗੂਆਂ ਵੱਲੋਂ ਭਾਵਕ ਪੱਧਰ ਤੇ ਬਿਆਨ ਦਿੱਤੇ ਜਾ ਰਿਹਾ ਹੈ, ਇਹ ਤਾਂ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੂੰ ਪੰਥ 'ਚੋਂ ਖਾਰਜ ਕੀਤਾ ਜਾਵੇ, ਪਰ ਇਹ ਕੋਈ ਨਹੀਂ ਜਵਾਬ ਦੇ ਰਿਹਾ। ਜਿੱਦਾਂ ਤੁਸੀਂ ਕਹਿ ਰਹੇ ਹੋ 3-3.5 ਸਾਲ ਜਿਹੜੇ ਤੱਥ ਸਾਹਮਣੇ ਆਏ ਆ, ਉਹ ਤੱਥ ਕਿਉਂ ਛੁਪਾ ਕੇ ਰੱਖੇ ਗਏ? ਕੀ ਦੇ ਲਈ ਕੇਂਦਰ ਦੀਆਂ ਏਜੰਸੀਆਂ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਵੀ ਭਾਈਵਾਲ ਹੈ? ਬਹੁਤ ਵੱਡਾ ਮੁੱਦਾ ਜਿਹੜਾ ਤੁਸੀਂ ਖੜਾ ਕਰ ਰਹੇ ਹੋ। ਜਗਤਾਰ ਜੀ, ਜੋ ਸਾਡੇ ਸਾਹਮਣੇ ਆ ਰਿਹਾ ਹੈਗਾ, ਇਸ ਵੇਲੇ ਅਦਾਲਤ ਦੇ ਵਿੱਚ CBI ਔਰ ਡੇਰੇ ਦੇ ਵਕੀਲ ਆਲਮੋਸਟ ਇਕੱਠੇ ਹੋ ਕੇ ਚੱਲ ਰਹੇ ਨੇ। ਤੁਸੀਂ ਦੇਖੋ ਕਿ ਜਿਹੜਾ ਪਹਿਲਾਂ ਵਕੀਲ CBI ਲਈ ਖੜਾ ਸੀ, ਉਹ ਹੁਣ ਡੇਰੇ ਲਈ ਖੜਾ ਹੈ। ਮੈਨੂੰ ਲੱਗਦਾ ਕਿ CBI ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਡੇਰੇ ਦਾ ਜਿਹੜਾ ਕੇਸ ਹੈਗਾ ਉਹ ਪੰਜਾਬ ਗਵਰਨਮੈਂਟ ਦੇ ਹੱਥਾਂ 'ਚ ਨਾ ਜਾਏ। ਇਹੋ ਕਾਰਨ ਹੈ ਕਿ CBI ਅਪੋਜ਼ ਕਰ ਰਹੀ ਹੈ ਕਿ ਜਿਹੜਾ ਪੰਜਾਬ ਦੀ ਸਿਟ ਲੈਡ ਬਾਈ RS ਖੱਟੜਾ ਜਿਹੜੀ ਜਾਂਚ ਕਰ ਰਹੀ ਹੈ ਕਿ ਉਹ ਨਾ ਕਰ ਸਕਣ। ਉਹਨਾਂ ਨੇ ਜਿਹੜਾ ਚਲਾਨ ਪੇਸ਼ ਕੀਤਾ ਹੈ ਉਹ ਅੱਗੇ ਨਾ ਚੱਲ ਸਕੇ, ਕਿਉਂਕਿ ਉਹਦੇ 'ਚ ਬੜਾ ਸਪਸ਼ਟ ਹੈਗਾ ਕਿ ਇਹ ਜਿਹੜਾ ਕੇਸ ਦੀ ਜਾਂਚ ਡੇਰਾ ਮੁਖੀ ਤੱਕ ਜਾਰੀ ਹੈ। ਔਰ ਜੋ ਮਿਸਟਰ ਖੱਟੜਾ ਨੇ ਕਿਹਾ ਹੈਗਾ, ਉਹ ਕਹਿੰਦੇ ਜੀ ਕਿ ਅਸੀਂ ਇਸ ਕੇਸ ਦੇ ਵਿੱਚ ਡੇਰਾ ਮੁਖੀ ਨੂੰ ਪੁੱਛਗਿੱਛ ਕਰਨੀ ਚਾਹਾਂਗੇ, ਉਹਨਾਂ ਦੀ ਕਸਟੋਡੀਅਲ ਅਸੀਂ ਇੰਟਰੋਗੇਸ਼ਨ ਲਈ ਕੋਰਟ 'ਚ ਅਰਜ਼ੀ ਦਿਆਂਗੇ, ਕਿਉਂਕਿ ਸਾਡੇ ਲਈ ਜ਼ਰੂਰੀ ਹੈਗੀ ਹੈ। ਸਾਨੂੰ ਇਹ ਸਾਰਾ ਪਤਾ ਲਾਣਾ ਪਏਗਾ ਕਿ ਸਾਜ਼ਿਸ਼ ਕਿੱਥੋਂ ਓਰੀਜਿਨੇਟ ਹੋਈ, ਕਿੱਥੋਂ ਚੱਲੀ। ਸੋ ਇਹ ਔਰ ਤਮਾਸ਼ੇ ਵਾਲੀ ਗੱਲ ਜਿਹੜੀ ਜੋ ਹੁਣ ਹਾਲਾਤ ਜੋ ਸਾਨੂੰ ਸਾਹਮਣੇ ਆ ਰਹੇ ਨੇ ਕਿ ਜਿਹੜਾ ਡੇਰਾ ਮੁਖੀ ਦਾ ਨਾਂ ਪਾਇਆ ਗਿਆ ਹੈ, ਉਹ ਕਿਸੇ ਨੇ ਚੀਫ ਮਿਨਿਸਟਰ ਤੋਂ ਪਰਮਿਸ਼ਨ ਨਹੀਂ ਲਈ। ਇਹ ਹੇਠਲੇ ਲੈਵਲ ਤੇ ਜਾਂਚ ਅਧਿਕਾਰੀ ਆਪਣੇ ਤੌਰ ਤੇ ਕਰ ਰਹੇ ਨੇ। ਉਹਨਾਂ ਨੇ ਜੋ ਜਾਂਚ 'ਚ ਸਾਹਮਣੇ ਆਇਆ ਉਹਨੂੰ ਸਾਹਮਣੇ ਲਿਆਂਦਾ ਔਰ ਦੇਤਾ। ਬੜੀ ਇੰਟਰਸਟਿੰਗ ਗੱਲ ਇਹ ਹੈਗੀ ਕਿ ਤੁਸੀਂ ਦੇਖੋ ਕਿ CM ਇਸ ਮੁੱਦੇ ਤੇ ਬਿਲਕੁਲ ਚੁੱਪ ਨੇ। ਉਹਨਾਂ ਨੇ ਬਿਲਕੁਲ ਕੁਝ ਨਹੀਂ ਕਿਹਾ ਕਿ ਡੇਰਾ ਮੁਖੀ ਦਾ ਜੇ ਜਾਂਚ ਨਾ ਆਇਆ ਹੈਗਾ ਜਾਂ ਚਲਾਨ 'ਚ ਜੇ ਨਾ ਉਹਦਾ ਦਿੱਤਾ ਗਿਆ ਹੈ, ਉਹਨਾਂ ਨੇ ਉਹਦੇ ਤੇ ਕੋਈ ਟਿੱਪਣੀ ਨਹੀਂ ਹੁਣ ਤੱਕ ਕੀਤੀ। ਉਹ ਬਿਲਕੁਲ ਖਾਮੋਸ਼ ਨੇ। ਅਕਾਲੀ ਦਲ ਬਿਲਕੁਲ ਖਾਮੋਸ਼ ਹੈ। ਅਕਾਲੀ ਦਲ ਦੇ ਕਿਸੇ ਆਗੂ ਦਾ ਉਹਦੇ ਤੇ ਕੋਈ ਬਿਆਨ ਨਹੀਂ ਆ ਰਿਹਾ। ਸੋ ਮੇਰੇ ਖਿਆਲ 'ਚ ਇਹ ਸਾਰਾ ਕੁਝ ਜੋ ਘਟਨਾਕ੍ਰਮ ਹੈਗਾ, ਇਹ ਬਹੁਤ ਕੁਝ
ਲੋਕਾਂ ਦੇ ਸਾਹਮਣੇ ਬੜੀਆਂ ਚੀਜ਼ਾਂ ਲੈ ਕੇ ਆਏਗਾ। ਓਕੇ, ਥੈਂਕ ਯੂ ਵੈਰੀ ਮਚ। ਜਿਹੜਾ ਹੈਗਾ ਪ੍ਰਾਸ਼ੀ ਜੀ, ਇਸ ਮੁੱਦੇ ਤੇ ਤੁਸੀਂ ਵੀ ਲੰਬੇ ਸਮੇਂ ਤੋਂ ਜਿੱਦਾਂ ਪੰਜਾਬ ਦੀ ਰਾਜਨੀਤੀ ਸਰਕਾਰਾਂ ਨੂੰ ਕਵਰ ਕਰਦੇ ਆ ਰਹੇ ਹੋ, ਜੋ ਕੋਈ ਡੇਰਾ ਮੁਖੀ ਦੀ ਗੱਲ ਕੀਤੀ ਹੈ ਜਾਂ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ, ਜਿੱਦਾਂ ਹਰਕੰਵਲ ਜੀ ਨੇ ਕਿਹਾ ਜਿਹੜੀਆਂ ਘਟਨਾਵਾਂ ਜੁੜੀਆਂ ਵੀਆਂ ਉਹਦੀਆਂ ਤਾਰਾਂ ਡੇਰਾ ਮੁਖੀ ਨਾਲ ਜਾ ਕੇ ਜੁੜਦੀਆਂ, ਤਾਂ ਕੌਣ ਪ੍ਰੋਟੈਕਟ ਕਰ ਰਿਹਾ, ਸੱਚ ਕਿਉਂ ਨਹੀਂ ਸਾਹਮਣੇ ਆ ਰਿਹਾ, ਇਹ ਕੀ ਹੈ ਸਾਰਾ ਕਾਲਾ ਮਾਲਾ? ਪ੍ਰਾਸ਼ਾ ਜੀ। ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਜਿਉਂ ਪੰਜਾਬ ਅਸੈਂਬਲੀ ਦੇ ਇਲੈਕਸ਼ਨ ਨੇੜੇ ਆਉਂਦੇ ਜਾ ਰਹੇ ਹੈ, ਤਿਉਂ ਜਿਹੜਾ ਫੰਦਾ ਹੈਗਾ ਨਾ ਉਹ ਸੁਖਬੀਰ ਸਿੰਘ ਬਾਦਲ ਦੀ ਗਰਦਨ ਦੇ ਇਰਦ ਗਿਰਦ ਟਾਈਟਨ ਹੁੰਦਾ ਜਾ ਰਿਹਾ। ਆਪਾਂ ਹੁਣ ਜ਼ਿਲ੍ਹੇ ਪਿਛਲੇ 2-3 ਸਾਲ ਦਾ ਜਿਹੜਾ ਘਟਨਾਕ੍ਰਮ ਦੇਖੀਏ ਕਿ ਸਭ ਤੋਂ ਪਹਿਲੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ, ਜਿਹਨੇ ਕਿ ਪੁਆਇੰਟਡਲੀ ਕੀਤਾ ਕਿ ਇਹਦੇ ਵਿੱਚ ਜਿਹੜੀਆਂ ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਫਾਇਰਿੰਗ ਸੀ, ਉਹਦੇ ਵਿੱਚ ਉਸ ਵੇਲੇ ਦੀ ਜਿਹੜੀ ਸੱਤਾ ਦੇ ਟੌਪ ਦੇ ਬੰਦੇ ਸੀ ਉਹ ਇਨਵੋਲਵ ਸੀ। ਉਹਨਾਂ ਨੇ ਸਿਰਫ ਨਾਂ ਨਹੀਂ ਲਿਆ, ਲੇਕਿਨ ਇਸ਼ਾਰਾ ਦੇ ਦਿੱਤਾ ਸੀ। ਇਹ ਗੱਲਾਂ ਜਿਹੜੀਆਂ ਹੈ ਕਿ ਡੇਰੀ ਜਿਹੜਾ ਸੀ ਉਹਨੂੰ ਪਾਰਡਨ ਕਿਹਨੇ ਦਿੱਤੀ, ਕਿੱਦਾਂ ਹੋਈ, ਕਿਸ ਤਰ੍ਹਾਂ ਬੁਲਾਏ ਗਏ, ਕਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਥੇ ਸਮਨ ਕਰਕੇ ਹਲ ਕੋਠੇ ਵੱਲੋਂ ਡਾਇਰੈਕਸ਼ਨ ਦਿੱਤੀ ਗਈ, ਉਸ ਦਿਨ ਜਾ ਕੇ ਉਹ ਕੀਤੇ ਗਏ। ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਪਬਲਿਕ ਡੋਮੇਨ 'ਚ ਆ ਚੁੱਕੀਆਂ। ਪਹਿਲੇ ਇਹਦੇ ਵਿੱਚ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੈ ਕਿ ਇਹ ਸਾਰੀ ਕੌਨਸਪੀਰੇਸੀ ਦੇ ਪਿੱਛੇ ਕੌਣ ਸੀ, ਔਰ ਥਿੰਕਿੰਗ ਇਹ ਸੀ ਕਿ ਆਪਾਂ ਡੇਰਾ ਮੁਖੀ ਕਰੀਮੀਆਂ ਦੇ ਨਾਲ ਕਿਸੇ ਤਰ੍ਹਾਂ ਅਲਾਇੰਸ ਕਰ ਲਈਏ ਤਾਂ ਕਿ ਉਹਨਾਂ ਦੀ ਵੋਟਾਂ ਆਉਣ ਵਾਲੇ ਇਲੈਕਸ਼ਨ ਨੂੰ ਅਕਾਲੀ ਦਲ ਭਾਜਪਾ ਨੂੰ ਪੈ ਜਾਣ, ਤੇ ਆਪਣਾ ਜਿਹੜਾ ਸੁਪਨਾ ਹੈ ਵੈ ਕਿ ਆਪਾਂ 25 ਸਾਲ ਰਾਜ ਕਰਨਾ ਪੰਜਾਬ ਤੇ, ਉਹ 10 ਸਾਲ ਤੋਂ 5 ਸਾਲ ਕਮ ਸੇ ਕਮ ਉਹ ਸਾਰੀ ਜਿਹੜੀ ਗੇਮ ਪਲਾਨ ਸੀ ਸਾਰੀ ਉਹੀ ਸੀ। ਲੇਕਿਨ ਉਹ ਪੁੱਠੀ ਪੈ ਗਈ ਜਿਸ ਵੇਲੇ ਕਿ ਇਹ ਸਿੱਖ ਸੰਗਤਾਂ ਦਾ ਵਿਰੋਧ ਹੋਇਆ ਕਿ ਡੇਰਾ ਮੁਖੀ ਨੂੰ ਇਸ ਤਰ੍ਹਾਂ ਅਚਾਨਕ ਜਿਹੜੀ ਹੈ ਤੁਸੀਂ ਕਿਵੇਂ ਪਾਰਡਨ ਕਰਤਾ, ਉਹਨੂੰ ਪੰਥ ਤੋਂ ਛੇਕਿਆ ਹੋਇਆ ਹੈ, ਉਹਦਾ ਕ੍ਰਾਈਮ ਦੇਖੋ, ਉਹਨੇ ਗੁਰੂ ਸਾਹਿਬ ਦੀ ਸਵਾਂਗ ਰਚਿਆ, ਉੱਦਾਂ ਦਾ ਬਾਨਾ ਪਾਇਆ, ਉੱਦਾਂ ਦੀ ਕਲਗੀਧਾਰੀ, ਉੱਦਾਂ ਦੇ ਉਹ ਦਰਬਾਰ ਲਗਾਏ ਹੈ। ਇਹਨੂੰ ਜਿਹੜਾ ਮਾਫ ਕਰਨ ਵਾਲੀ ਕੋਈ ਗੱਲ ਹੀ ਕੋਈ ਨਹੀਂ। ਔਰ ਜਿਸਲੇ ਸਿੱਖ ਸੰਗਤਾਂ ਵੱਲੋਂ ਇਹਦਾ ਬਲੋਬੈਕ ਆਇਆ ਤਾਂ ਅਕਾਲੀਆਂ ਨੂੰ ਔਰ ਸੁਖਬੀਰ ਬਾਦਲ ਬਾਕੀ ਸਾਰੀ ਸਰਕਾਰ ਨੂੰ ਪਿੱਛੇ ਹਟਣਾ ਪਿਆ, ਔਰ ਉਹ 2 ਦਿਨਾਂ ਬਾਅਦ ਥੋੜ੍ਹੇ ਦਿਨਾਂ ਬਾਅਦ ਉਹ ਜਿਹੜੀ ਮਾਫੀ ਸੀ ਉਹ ਜਿਹੜੀ ਕੈਂਸਲ ਕਰਤੀ ਕਿ ਨਹੀਂ ਜੀ ਨਹੀਂ ਇੱਦਾਂ ਨਹੀਂ। ਉਹ ਹੁਣ ਉਸੇ ਚੀਜ਼ ਨੂੰ ਢੱਕਣ ਤੇ ਉਹ ਲੱਗੇ ਹੋਏ ਆ। ਉਹਦੇ ਰੋਸ਼ ਦੇ ਵਿੱਚ ਜਿਹੜਾ ਫਿਰ ਰਿਐਕਸ਼ਨ ਹੈ ਪ੍ਰੇਮੀਆਂ ਵੱਲੋਂ ਆਇਆ, ਔਰ ਪ੍ਰੇਮੀਆਂ ਵੱਲੋਂ ਜੋ ਘਟਨਾਵਾਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਧਾਰਮਿਕ ਗ੍ਰੰਥਾਂ ਦੀ ਜਿਹੜੇ ਬੇਅਦਬੀ ਦੀ ਘਟਨਾਵਾਂ ਸ਼ੁਰੂ ਹੋਈਆਂ, ਉਹ ਆਪਾਂ ਹੁਣ ਸਾਰੇ ਜਾਣਦੇ ਹਾਂ। ਮੇਰਾ ਕਹਿਣਾ ਇਹਦੇ ਵਿੱਚ ਇਹ ਵੈ ਕਿ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਆਪਣੇ ਕੱਲ੍ਹ ਔਰ ਪਰਸੋਂ ਦੇ ਬਿਆਨ ਦੇ ਵਿੱਚ ਕਿਹਾ ਵੈ ਕਿ ਸੁਖਬੀਰ ਬਾਦਲ ਨੂੰ ਇਸ 'ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਤੁਸੀਂ ਡੇਰਾ ਮੁਖੀ ਨੂੰ ਜਿਹੜੀ ਹੈ ਮਾਫੀ ਕਿਉਂ ਦਿੱਤੀ। ਉਹ ਇਸ ਕਰਕੇ ਦਿੱਤੀ ਕਿ ਤੁਸੀਂ ਵੋਟਾਂ ਲੈਣੀਆਂ ਸੀ, ਇਸ ਕਰਕੇ ਦਿੱਤੀ ਕਿ ਤੁਸੀਂ ਉਹਦੀ ਜਿਹੜੀ ਉਹ ਜੋ ਫਿਲਮ ਸੀ ਉਹ ਪੰਜਾਬ 'ਚ ਰਿਲੀਜ਼ ਕਰਨੀ ਸੀ, ਉਹਦੇ ਜਿਹੜੇ ਪੈਸੇ ਇਕੱਠੇ ਹੋਏ ਸੀ ਉਹਦੀ ਸ਼ੇਅਰਿੰਗ ਕਰਨੀ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਪਬਲਿਕ ਡਿਬੇਟ 'ਚ ਆ ਚੁੱਕੀਆਂ, ਔਰ ਮੈਂ ਸਮਝਦਾ ਹਾਂ ਕਿ ਅਕਾਲੀਆਂ ਨੂੰ ਹੱਥਾਂ ਪੈਰਨ ਦੀ ਪਈ ਹੈ। ਕੱਲ੍ਹ 2-4 ਅਕਾਲੀਆਂ ਨੇ ਇੱਕ ਬਿਆਨ ਜਿਹਾ ਦਿੱਤਾ ਕਿ ਨਹੀਂ ਜੀ ਪ੍ਰੀਮੀਅਰ ਨਾਲ ਅਸੀਂ ਨਹੀਂ, ਇਹ ਤਾਂ ਕਾਂਗਰਸੀ ਮਿਲੇ ਹੋਏ ਹੈ। ਇਹ ਤਾਂ ਕੋਈ ਵਿਸ਼ਵਾਸ ਨਹੀਂ ਕਰ ਸਕਦਾ, ਕਿਉਂਕਿ ਹੁਣ ਹਾਲਤ ਹੈ ਵੈ ਕਿ ਅਕਾਲੀ ਦਲ ਜਿਹੜਾ ਹੈ ਉਹ ਹੁਣ ਅੰਦਰਲੇ ਤੇ ਬਾਹਰਲੇ ਦੋਨੋਂ ਪਾਸੇ ਚੈਲੰਜ ਦਾ ਸ਼ਿਕਾਰ ਹੈ। ਅੰਦਰ ਜਿਹੜੀ ਪਾਰਟੀ ਜਿਹੜੀ ਹੈ ਟੁੱਟ ਕੇ ਬਾਹਰ ਜਾ ਰਹੇ ਹੈ, ਟਕਸਾਲੀ ਪੈ ਜਾ ਸਕਦੇ। ਸੁਖਦੇਵ ਢੀਂਡਸਾ ਹੋਰ ਹੈ, ਢੀਂਡਸਾ ਸਾਹਿਬ ਨੇ ਹੋਰ ਵੀ ਕੋਸ਼ਿਸ਼ ਕਰ ਰਹੀ ਹੈ, ਹੋਰ ਵੀ ਬੰਦੇ ਤੋੜ ਲੈਣੇ ਹੈ। ਔਰ ਪਾਰਟੀ ਦੇ ਬਾਹਰ ਜਿਹੜੀ ਹੈ ਇਹ ਜਿਹੜੀ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਫਾਂਸੀ ਦਾ ਫੰਦਾ ਜਿਹੜਾ ਹੈ ਉਹ ਟਾਈਟਨ ਹੁੰਦਾ ਜਾ ਰਿਹਾ ਹੈ। ਉਹਦੇ ਤੇ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਨ ਦੀ ਕਹੇ ਜੇ ਕਹਿੰਦਾ ਇਹਦਾ ਰਿਜ਼ਲਟ ਜਿਹੜਾ ਮੈਂ ਸਮਝਦਾ ਆਉਣ ਵਾਲੇ ਇਲੈਕਸ਼ਨਾਂ ਤੇ ਅਕਾਲੀਆਂ ਦੇ ਹਰਸ਼ਰ ਠੀਕ ਨਹੀਂ ਹੋਏਗਾ। ਓਕੇ, ਥੈਂਕ ਯੂ ਵੈਰੀ ਮਚ। ਪੰਦੇਸ਼ ਜੀ, ਜਦੋਂ ਆਪਾਂ ਡੇਰਾ ਮੁਖੀ ਦੀ ਗੱਲ ਕਰਦੇ ਹਾਂ, ਤੁਹਾਨੂੰ ਚੇਤੇ ਹੋਏਗਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਉਦੋਂ ਨਵਜੋਤ ਸਿੱਧੂ ਵੀ ਸਦਨ ਦੇ ਅੰਦਰ ਸੀ, ਦੂਜੇ ਸੀ, ਸਾਰਿਆਂ ਨੇ ਝੋਲੀਆਂ ਅੱਡ ਕੇ ਕੈਪਟਨ ਅਮਰਿੰਦਰ ਨੂੰ ਕਿਹਾ ਕਿ ਜਿਹੜੇ ਅਸਲ ਦੋਸ਼ੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ, ਉਹ ਸਾਹਮਣੇ ਆਉਣੇ ਚਾਹੀਦੇ ਹੈ। ਜਿੱਦਾਂ ਹੁਣ ਪ੍ਰਾਸ਼ੇ ਜੀ ਨੇ ਕਿਹਾ, ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਨੇ ਜੋ ਡੇਰਾ ਪ੍ਰੇਮੀਆਂ ਦੇ ਨਾਲ ਮਿਲੀ ਭੁਗਤ ਨਾਲ ਕੀਤਾ ਹੈ, ਉਸ ਮਾਮਲੇ ਦੇ ਨੂੰ ਪੰਥ 'ਚੋਂ ਖਾਰਜ ਕੀਤਾ ਜਾਣਾ ਚਾਹੀਦਾ। ਉਹ ਇੱਕ ਭਾਵਕ ਮੁੱਦੇ ਤੇ ਗੱਲ ਕਰ ਰਹੇ ਆ ਸੁਨੀਲ ਜਾਖੜ। ਕੈਪਟਨ ਅਮਰਿੰਦਰ ਸਰਕਾਰ ਦੇ ਵਿੱਚ ਬੈਠੇ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਪੰਦੇਸ਼ ਸਾਹਿਬ ਇਸ ਮਾਮਲੇ ਤੇ ਨਿਆਂ ਦੀ, ਤਾਂ ਹੁਣ ਤੱਕ 3-3.5 ਸਾਲ 'ਚ ਜਿਹੜੀਆਂ ਜਾਂਚ ਏਜੰਸੀਆਂ ਉਹਨਾਂ ਨੇ ਸਿਰੇ ਲਾ ਕੇ ਦੋਸ਼ੀ ਸਾਹਮਣੇ ਕਿਉਂ ਨਹੀਂ ਲਿਆਂਦੇ?
ਇਹ ਗੱਲ ਕਿਤੇ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਵੀ ਉੱਠਦੀ ਹੈ। ਉਹ ਕਿਉਂ ਸਾਰਾ ਮਾਮਲਾ ਪੰਥ ਵੱਲ ਤੋੜ ਰਹੇ ਹੈ, ਕਾਨੂੰਨੀ ਪ੍ਰਕਿਰਿਆ ਤੋਂ ਵੀ ਕਿਉਂ ਲਾਂਭੇ ਜਾ ਰਹੇ ਹੈ? ਜੀ ਪੰਧੇਰ ਜੀ। ਸਿੱਧੂ ਸਾਹਿਬ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਡੇਰੇ ਦੀ ਇੱਕ ਬਹੁਤ ਹੀ ਜਿਹੜੀ ਹੈਗੀ ਆ ਇੰਪੋਰਟੈਂਟ ਆਫਿਸ ਬੇਅਰਰ ਆ ਜਾਂ ਉਹਨਾਂ ਦੇ ਮੈਨੇਜਮੈਂਟ ਦੇ ਵਿੱਚ ਉੱਚ ਪੱਧਰ ਦੇ ਉੱਤੇ ਇੱਕ ਔਰਤ ਨੇ ਇਹ ਇਲਜ਼ਾਮ ਲਾਇਆ ਕਿ ਪੋਸ਼ਾਕ ਜਿਹੜੀ ਹੈ ਉਹ ਅਕਾਲੀ ਦਲ ਨੇ ਦਿੱਤੀ। ਮੈਂ ਇਹ ਇਕੱਲਾ ਸਿਰਫ ਉਹ ਜਿਹੜਾ ਸਲਾਬਤਪੁਰੇ ਵਾਲਾ ਜਿਹੜਾ ਸਵਾਂਗ ਆ, ਮੈਂ ਉਹਦੀ ਗੱਲ ਨਹੀਂ ਕਰਦਾ। ਮੈਂ ਇਸ ਤੋਂ ਅੱਗੇ ਜਾ ਕੇ ਵੀ ਗੱਲ ਕਰੂੰਗਾ ਕਿ ਜਿਹੜਾ ਸੰਕੇਤਕ ਤੌਰ ਤੇ ਵੀ ਜੇ ਗੱਲ ਕਰੀਏ ਕਿ ਇੱਕ ਡੇਰੇ ਦੇ ਬਾਬੇ ਨੂੰ ਜਿਹੜੀ ਪੋਸ਼ਾਕ, ਜਿਹੜੀ ਸਿਆਸੀ ਪੋਸ਼ਾਕ ਜਿਹੜੀ ਹੈ, ਉਹ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਨੇ ਹੀ ਪਵਾਈ। ਉਹਨਾਂ ਨੇ ਦੇਖੋ, ਇਹ ਬਹੁਤ ਵੱਡੀ ਸਾਜ਼ਿਸ਼ ਹੈਗੀ ਆ। ਇਹਨੂੰ ਸਾਨੂੰ ਜਿਹੜੀ ਹੈਗੀ ਆ, ਸਪੈਸ਼ਲੀ ਜਿਹੜੇ ਸਾਡੇ ਦਲਿਤ ਸਮਾਜ ਆ ਔਰ ਜਿਹੜੇ ਹੈਗੇ ਆ ਜਿਹੜੇ ਇਕਨੋਮਿਕਲੀ ਡਿਪਰੈਸਡ ਸੈਕਸ਼ਨ ਜਿਹੜੇ ਹੈਗੇ ਆ, ਉਹਨਾਂ ਦੇ ਵਾਸਤੇ ਉਹਨਾਂ ਨੂੰ ਜਿਹੜੀਆਂ ਡੋਮੀਨੈਂਟ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਨੇ, ਚਾਹੇ ਕੋਈ ਵੀ ਜਿਹੜੀਆਂ ਸਵਰਨ ਜਾਤੀਆਂ ਨੇ, ਉਹਨਾਂ ਨੂੰ ਸਿਆਸਤ ਦੇ ਵਿੱਚ, ਧਾਰਮਿਕ ਮੁੱਦਿਆਂ ਦੇ ਵਿੱਚ, ਸਮਾਜਿਕ ਜਿਹੜਾ ਵੀ ਕੋਈ ਵੀ ਇਸ਼ੂਜ਼ ਹੋਣ, ਉੱਥੇ ਤਾਂ ਪਾਰਟਿਸਿਪੇਸ਼ਨ ਆਉਣ ਨਹੀਂ ਦਿੰਦੇ। ਪਰ ਇਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀਆਂ ਵੋਟਾਂ ਚਾਹੀਦੀਆਂ ਨੇ। ਸੋ ਇਹ ਸਾਰਿਆਂ ਨੂੰ ਜਦੋਂ ਤੁਸੀਂ ਹਾਸ਼ੀਏ, ਇਹਨਾਂ ਨੂੰ ਜਦੋਂ ਸਾਡਾ ਜਿਹੜਾ ਦਲਿਤ ਸਮਾਜ ਆ ਜਾਂ ਜਿਹੜਾ ਇਸ ਤਰ੍ਹਾਂ ਦਾ ਇਕਨੋਮਿਕਲੀ ਡਿਪਰੈਸ ਸੈਕਸ਼ਨਸ ਨੇ, ਜਦੋਂ ਤੁਸੀਂ ਇਹਨਾਂ ਨੂੰ ਹਾਸ਼ੀਏ ਤੇ ਧੱਕ ਦਿੰਦੇ ਹੋ, ਫਿਰ ਇਹਨਾਂ ਦੀਆਂ ਵੋਟਾਂ ਕਿਵੇਂ ਲੈਣੀਆਂ ਨੇ? ਫਿਰ ਸਿਆਸਤਦਾਨਾਂ ਨੇ ਬੜੇ ਹੀ ਜਿਹੜਾ ਸ਼ਰਾਰਤੀ ਤਰੀਕੇ ਦੇ ਨਾਲ ਇਹ ਡੇਰੇ ਖੜੇ ਕੀਤੇ ਔਰ ਉਹ ਡੇਰਿਆਂ ਦੇ ਉੱਤੇ ਇਹ ਲੋਕੀ ਜਾਣ ਲੱਗੇ। ਉਹਨਾਂ ਨੂੰ ਇਹ ਡੇਰਿਆਂ ਦੇ ਜਿਹੜੇ ਮੁਖੀ ਨੇ, ਉਹਨਾਂ ਨੂੰ ਸਬਜ਼ ਬਾਗ ਦਿਖਾਉਂਦੇ ਨੇ ਵੀ ਤੁਹਾਨੂੰ ਬਈ ਇਹਨਾਂ ਵਾਂਗੂ ਜਿਹੜੀਆਂ ਸਵਰਨ ਜਾਤ, ਇਹਨਾਂ ਵਾਂਗੂ ਤੁਹਾਡਾ ਵੀ ਜੀਵਨ ਹੋ ਜਾਏਗਾ। ਤੇ ਉਹਨਾਂ ਦਾ ਜਿਹੜਾ ਡੇਰੇ ਮੁਖੀ ਨੇ ਉਹ ਸਿਆਸਤਦਾਨਾਂ ਦੇ ਨਾਲ ਕਰਦੇ ਆ ਸੌਦੇ। ਔਰ ਤੁਸੀਂ ਆਪੇ ਹੀ ਦੇਖ ਲਓ ਕਿ ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ, ਇਹਦਾ ਜਿਹੜਾ ਲਾਈਫ ਸਟਾਈਲ ਹੈ, ਜੇ ਅਸੀਂ ਦੇਖਿਆ ਜਾਵੇ, ਉਹ ਜੇ ਉਸ ਨੂੰ ਪੋਲੀਟੀਕਲ ਪ੍ਰੋਟੈਕਸ਼ਨ ਨਾ ਮਿਲੇ, ਇਹੋ ਜਿਹਾ ਲਾਈਫ ਸਟਾਈਲ ਹੋ ਨਹੀਂ ਸਕਦਾ। ਇਸੇ ਤਰ੍ਹਾਂ ਤੁਸੀਂ ਬਾਕੀ ਦੇ ਵੀ ਜਿਹੜੇ ਡੇਰੇ ਨੇ, ਉਹਨਾਂ ਦੇ ਜਿਹੜੇ ਮੁਖੀ ਨੇ, ਉਹਨਾਂ ਵੱਲ ਵੀ ਦੇਖੋ। ਸੋ ਇਹ ਜਿਹੜੇ ਡੇਰੇ ਵਾਲਿਆਂ ਨੂੰ ਇਹ ਇੱਕ ਜਿਹੜੀ ਡੈਮੋਕ੍ਰੇਸੀ ਆ ਸਾਡੀ, ਜਿਹੜਾ ਜਮਹੂਰੀਅਤ ਹੈ, ਜਿਹੜੀ ਉਹਨੂੰ ਸੰਨ ਲਾਉਂਦੇ ਨੇ ਇਹ ਡੇਰਿਆਂ ਦੇ ਜਿਹੜੇ ਮੁਖੀ ਨੇ। ਔਰ ਇਹ ਡੈਮੋਕ੍ਰੇਸੀ ਸਾਡੀ ਟੋਟਲ ਸੈਬੋਟਾਜ ਹੁੰਦੀ ਆ, ਉਹਦੇ ਵਾਸਤੇ ਬਹੁਤ ਵੱਡਾ ਖਤਰਾ ਨੇ ਇਹ। ਕੱਲਾ ਚਲੋ ਜਿਹੜਾ ਬਰਗਾੜੀ ਵਾਲਾ ਇਸ਼ੂ ਆ ਜਾਂ ਦੂਸਰੇ ਇਸ਼ੂ ਆ, ਇਹਨਾਂ ਦੇ ਉੱਤੇ ਤਾਂ ਜਿਹੜੀ ਨਿਆਂ ਹੋਣਾ ਹੀ ਚਾਹੀਦਾ। ਪਰ ਜਿਹੜੇ ਡੇਰਿਆਂ ਦੇ ਜਿਹੜੀ ਸਿਆਸੀ ਜਿਹੜੀ ਦਖਲ ਅੰਦਾਜ਼ੀ ਆ, ਪਹਿਲਾਂ ਜਦ ਤੱਕ ਇਹ ਬੰਦ ਨਹੀਂ ਹੋ ਜਾਂਦੀ, ਇਹਨਾਂ ਦੇ ਉੱਤੇ ਟੋਟਲ ਜਿਹੜਾ ਹੈਗਾ ਬੈਨ ਹੋਣਾ ਚਾਹੀਦਾ। ਕਿ ਜਿਸ ਤਰ੍ਹਾਂ ਇਹ ਤੁਸੀਂ ਇਹ ਦੇਖੋ, ਡੇਰਾ ਸੱਚਾ ਸੌਦੇ ਦਾ ਤਾਂ ਇੱਕ ਪੋਲੀਟੀਕਲ ਵਿੰਗ ਹੈ ਉਹਨਾਂ ਦੇ ਪੋਲੀਟੀਕਲ ਵਿੰਗ ਦੀ ਇੱਕ ਮੀਟਿੰਗ ਹੁੰਦੀ ਹੈ, ਫਿਰ ਉਹ ਆਪਣੇ ਪ੍ਰੇਮੀਆਂ ਨੂੰ ਹੁਕਮ ਜਾਰੀ ਕਰਦੇ ਆ ਵੀ ਫਲਾਨੀ। ਇਹ ਮਤਲਬ ਕੀ ਹੋਇਆ? ਇਹ ਤਾਂ ਜਮਹੂਰੀਅਤ ਦੇ ਬਿਲਕੁਲ ਖਿਲਾਫ ਹੈ ਕਿ ਤੁਸੀਂ ਆਪਣਾ ਰੂਹਾਨੀ ਕੋਈ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਉਹਦਾ ਤੁਸੀਂ ਫਾਇਦਾ ਉਠਾਉਂਦੇ ਹੋਏ ਉਹਦੇ ਉੱਤੇ ਤੁਸੀਂ ਸਿਆਸੀ ਜਿਹੜੀ ਹੈਗੀ ਆ ਇੱਕ ਹੁਕਮ ਜਾਰੀ ਕਰਦੇ ਹੋ ਵੀ ਫਲਾਨੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ। ਇਹ ਬਿਲਕੁਲ ਮੇਰੇ ਹਿਸਾਬ ਦੇ ਨਾਲ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹਨੂੰ ਆਈ ਥਿੰਕ ਗੈਰ ਕਾਨੂੰਨੀ ਪਹਿਲਾਂ ਤਾਂ ਜਿਹੜਾ ਕਰਾਰ ਕਰਨਾ ਚਾਹੀਦਾ ਕਿ ਕੋਈ ਵੀ ਡੇਰਾ ਜਾਂ ਕੋਈ ਵੀ ਧਾਰਮਿਕ ਜਿਹੜੀ ਇੰਸਟੀਟਿਊਸ਼ਨ ਹੈ, ਉਹ ਵੋਟ ਪਾਉਣ ਵਾਸਤੇ ਉਹ ਕੋਈ ਹੁਕਮਨਾਮਾ ਜਾਂ ਕੋਈ ਹੁਕਮ ਜਾਂ ਕੋਈ ਡਿਕਟੇਟ ਜਾਂ ਕੋਈ ਪਰਚੀ ਜਾਂ ਕੁਝ ਵੀ, ਕੋਈ ਵੀ ਸੰਦੇਸ਼ ਜੇ ਦੇਊਗੀ ਤਾਂ ਫਿਰ ਉਹਦੇ ਨਤੀਜੇ ਗਲਤ ਹੋ ਸਕਦੇ ਆ। ਬਈ ਇਹ ਜਦ ਤੱਕ ਇਹ ਨਹੀਂ ਹੁੰਦਾ, ਉਦੋਂ ਤੱਕ ਅੱਜ ਡੇਰਾ ਸੱਚਾ ਸੌਦਾ, ਕੱਲ ਨੂੰ ਡੇਰਾ ਕੋਈ ਹੋਰ ਹੋਏਗਾ। ਇਹ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਟ੍ਰੈਜਡੀਜ਼ ਸਾਡੀ ਜਿਹੜੀ ਜਮਹੂਰੀਅਤ ਵਾਸਤੇ ਬਾਰ-ਬਾਰ ਖੜੀਆਂ ਹੋਣਗੀਆਂ। ਜਿਹੜਾ ਰਿਹਾ ਗੱਲ ਅੱਜ ਕਾਂਗਰਸ ਹਾਵੀ ਹੈ, ਕਾਂਗਰਸ ਨੂੰ ਤਾਂ ਫਿਰ ਇਹ ਵੀ ਜਵਾਬ ਦੇਣਾ ਪੈਣਾ ਕਿ ਜਦੋਂ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਸੀਗਾ, ਜਦੋਂ ਸਾਰੇ ਦਾ ਸਾਰਾ ਸੀ, ਉਸ ਵੇਲੇ ਕਾਂਗਰਸ ਦੀ ਪਾਰਟੀ ਹੀ ਹਰਿਆਣੇ ਦੇ ਵਿੱਚ ਸੀਗੀ ਤੇ ਡੇਰੇ ਦੇ ਮੁਖੀ ਨੂੰ ਜਿਹੜੀ ਸਿਕਿਉਰਿਟੀ ਮਿਲੀ ਆ, ਉਹ ਹਰਿਆਣੇ ਦੀ ਕਾਂਗਰਸ ਸਰਕਾਰ ਦੀ ਹੀ ਜਿਹੜੀ ਟੈਨਿਓਰ ਦੇ ਦੌਰਾਨ ਮਿਲੀ ਸੀ। ਸੋ ਅੱਜ ਇੱਕ ਪਾਸੇ ਜਿਹੜਾ ਹੈਗਾ, ਜਦੋਂ ਇਹ ਵਰਤਣਾ ਚਾਹੁੰਦੇ ਨੇ ਵਰਤ ਲੈਂਦੇ ਨੇ, ਜਦੋਂ ਇਹ ਕਿਸੇ ਨੂੰ ਸਿੱਟਣਾ ਚਾਹੁੰਦੇ, ਯੂਜ਼ ਐਂਡ ਥਰੋ ਵਾਲਾ ਸਿਸਟਮ ਤਾਂ ਪੋਲੀਟੀਸ਼ੀਅਨ ਦਾ ਪੁਰਾਣਾ ਇੱਕ ਇਖਤਿਆਰ ਹੈਗਾ। ਸੋ ਜਿਹੜੀ ਇਹ ਸਾਰੇ ਦਾ ਸਾਰਾ ਜਿਹੜਾ ਹੈ, ਉਹ ਮੈਂ ਬਹੁਤ ਜਿਹੜਾ ਸੰਕੇਤਕ ਗੱਲ ਮੈਂ ਉਹੀ ਗੱਲ ਕੀਤੀ ਆ, ਜਿਹੜਾ ਇੱਕ ਡੇਰੇ ਦੇ ਮੁਖੀ ਨੂੰ ਪੋਸ਼ਾਕ ਜਿਹੜੀ ਪਾਉਣੀ ਹੈ ਸੰਕੇਤਕ ਤੌਰ ਦੇ ਉੱਤੇ, ਤੁਸੀਂ ਇੱਕ ਜਿਹੜਾ ਰੂਹਾਨੀ ਕੋਈ ਗੱਲ ਕਰਨਾ ਚਾਹੁੰਦਾ ਜਾਂ ਕੋਈ ਸਪਿਰਿਚੁਅਲ ਗੱਲ ਕਰਨਾ ਚਾਹੁੰਦਾ, ਉਹਦਾ ਤੁਸੀਂ
ਪੋਲੀਟੀਕਲ ਫਾਇਦਾ ਲੈ ਕੇ ਉਹਦੇ ਤੇ ਤੁਸੀਂ ਕੋਈ, ਇਹ ਤਾਂ ਉਹੀ ਆ ਵੀ ਉਹਦੇ ਤੇ ਕੱਪੜਾ ਪਾ ਕੇ, ਚਾਦਰ ਪਾ ਕੇ ਉਹਨੂੰ ਓਨ ਅਪ ਕਰਨਾ ਚਾਹੁੰਦੇ ਹੋ। ਸੋ ਇਹ ਤਾਂ ਉਸ ਨੂੰ ਵੀ ਉਜਾਗਰ ਕਰਦੇ ਆ। ਇਕੱਲਾ ਸਿਰਫ ਸੁਖਬੀਰ ਬਾਦਲ ਨੇ ਹੀ ਪੁਸ਼ਾਕ ਨਹੀਂ ਪਾਈ, ਇਹ ਸਾਡੀ ਜਿਹੜੀ ਸਿਆਸੀ ਜਮਾਤ ਨੇ ਟੋਟਲ ਨੇ ਉਹਦੇ ਉੱਪਰ ਪੁਸ਼ਾਕ ਪਾਈ ਸੀ ਕਿ ਇੱਕ ਰਿਲੀਜੀਅਸ ਸੈਕਟ ਦੇ ਹੈਡ ਦੇ ਉੱਤੇ, ਇੱਕ ਰਿਲੀਜੀਅਸ ਸੈਕਟ ਦੇ ਉੱਤੇ ਉਹਦੀ ਜਿਹੜੀ ਲੀਡਰਸ਼ਿਪ ਆ, ਉਹਦੀ ਪੋਜੀਸ਼ਨ ਹੈ, ਉਹਨੂੰ ਸਿਆਸੀ ਲਾਭ ਕਿਵੇਂ ਲਿਆ ਜਾਵੇ, ਇਹ ਉਹਦਾ ਸੰਕੇਤ ਪੂਰੇ ਦਾ ਪੂਰਾ ਸਾਹਮਣੇ ਆਉਂਦਾ। ਬਿਲਕੁਲ ਠੀਕ ਹੈ ਹਰਕਮਲ ਜੀ, ਜੋ ਪੰਦੇਰ ਸਾਹਿਬ ਨੇ ਕਮੈਂਟਸ ਕੀਤੇ ਹੈਗੇ ਹੈ, ਗੱਲ ਕੇਵਲ ਪੋਸ਼ਾਕ ਦੀ, ਉਹ ਕਹਿੰਦੇ ਡੇਰਾ ਮੁਖੀ ਦੀ ਗੱਲ ਨਹੀਂ ਹੈਗੀ। ਇਸ ਹਮਾਮ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸਾਰੇ ਹੀ ਨੰਗੇ ਆ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਹੀ ਥਾਪੜਾ ਦਿੱਤਾ। ਜਿਸ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਖੁਦ ਵੀ ਤਾਂ ਇਸ ਮਾਮਲੇ 'ਤੇ ਜਵਾਬਦੇਹ ਇੱਕ ਦਿਨ ਹੋਏਗੀ ਕਿ 3-3.5 ਸਾਲ ਦੇ ਵਿੱਚ ਉਹਨਾਂ ਨੇ ਬੇਅਦਬੀ ਦੇ ਮੁੱਦੇ 'ਤੇ ਨਿਆਂ ਦਿਵਾਉਣ ਦੇ ਲਈ ਕੀ ਠੋਸ ਉਪਰਾਲੇ ਕੀਤੇ, ਤੇ ਹੁਣ ਭਾਵੁਕ ਬਿਆਨ ਦਿੱਤੇ ਜਾ ਰਹੇ। ਕੀ ਲੱਗਦਾ ਹੈ ਕਿ ਸਾਰੇ ਇਸ ਮਾਮਲੇ 'ਤੇ ਰਾਜਸੀ ਰੋਟੀਆਂ ਸੇਕ ਕੇ ਆਪਣੀਆਂ ਜਿਹੜੀਆਂ ਪੋਲੀਟੀਕਲ ਗਰਜ਼ਾਂ ਆ ਉਹ ਪੂਰੀਆਂ ਕਰਨੀਆਂ ਚਾਹੁੰਦੇ ਹੈ? ਜੀ ਹਰਕਮਲ ਜੀ। ਜਗਤਾਰ ਜੀ ਬਿਲਕੁਲ ਠੀਕ ਹੈ ਗੱਲ। ਕਾਂਗਰਸ ਨੂੰ ਇਸ ਮੁੱਦੇ ਤੇ ਬਿਲਕੁਲ ਜਵਾਬਦੇਹ ਬਣਨਾ ਪਏਗਾ। ਮੈਨੂੰ ਕਾਂਗਰਸ ਦੇ 2-3 ਮੰਤਰੀ ਕੁਝ ਦਿਨ ਪਹਿਲਾਂ ਆਪ ਹੀ ਦੱਸ ਰਹੇ ਸੀ, ਉਹ ਕਹਿੰਦੇ ਸੀ ਸੀਐਮ ਨੂੰ ਜਾ ਕੇ ਕਿਹਾ ਕਿ ਜੇ ਤੁਸੀਂ ਸਮਝਦੇ ਹੋ ਕਿ ਵਿਕਾਸ ਦੇ ਨਾਲ ਤੁਸੀਂ ਕੋਈ ਇਲੈਕਸ਼ਨ ਜਿੱਤ ਸਕਦੇ ਹੋ, ਜੇ ਉਹ ਵਿਕਾਸ ਨਾਲ ਜਿੱਤਣੀ ਹੁੰਦੀ ਤੇ ਜਲਾਲਾਬਾਦ ਦੀ ਸੀਟ ਅਕਾਲੀ ਦਲ ਕਦੀ ਨਾ ਹਾਰਦਾ, ਜਿਹੜੀ ਪਿਛਲੀ ਇਲੈਕਸ਼ਨ 'ਚ ਉਹਨਾਂ ਹਾਰ ਗਏ ਨੇ। ਜਿੰਨਾ ਉੱਥੇ ਵਿਕਾਸ ਲਈ ਪੈਸਾ ਲੱਗਾ ਸੀ, ਪੰਜਾਬ ਦੇ ਕਿਸੇ ਹਲਕੇ 'ਚ ਨਹੀਂ ਲੱਗਾ। ਉਹ ਕਹਿੰਦੇ ਕਿ ਬੇਸਿਕਲੀ ਅਸੀਂ ਸੀਐਮ ਸਾਹਿਬ ਨੂੰ ਸਮਝਾਇਆ ਕਿ ਜਿਹੜਾ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ, ਜਿਨ੍ਹਾਂ ਤੇ ਤੁਸੀਂ ਅਣਗਹਿਲੀ ਦਿਖਾ ਰਹੇ ਹੋ, ਪੋਲੀਟੀਕਲ ਖੇਡ ਰਹੇ ਹੋ, ਇਹਦਾ ਸਾਨੂੰ ਪਾਰਟੀ ਨੂੰ ਖਮਿਆਜ਼ਾ ਭੁਗਤਣਾ ਪਏਗਾ। ਲੋਕਾਂ ਨੇ ਸਾਨੂੰ ਆਉਣ ਵਾਲੀਆਂ ਇਲੈਕਸ਼ਨਾਂ 'ਚ ਮਾਫ ਨਹੀਂ ਕਰਨਾ। ਲੋਕੀ ਸਾਡੇ ਤੋਂ ਜਵਾਬ ਮੰਗਣਗੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਜਿਵੇਂ ਪੰਦੇਰ ਸਾਹਿਬ ਨੇ ਵੀ ਕਿਹਾ, ਦੇਖੋ ਜਿਹੜਾ ਕੋਟਕਪੂਰਾ ਤੇ ਬਹਿਬਲ ਕਲਾਂ ਦਾ ਕੇਸ ਹੈਗਾ, ਉਹਦੇ 'ਚ ਹੁਣ ਇਹ ਗੱਲ ਪਤਾ ਕਰਨਾ ਕਿ ਜੀ ਜਿਸ ਬੰਦੇ ਦੀ ਸਰਕਾਰ ਹੈ, ਮੰਨ ਲਓ ਜੇ ਅਕਾਲੀਆਂ ਦੀ ਸਰਕਾਰ ਸੀ ਤੇ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ, ਇਹ 4 ਸਾਲ 'ਚ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ। ਮੈਨੂੰ ਦੱਸੋ, ਸਰਕਾਰ ਜਿਹਦੀ ਸਰਕਾਰ ਹੈ, ਗੋਲੀ ਤਾਂ ਉਹੀ ਚਲਾਉਣ ਦਾ ਹੁਕਮ ਦੇਗੀ, ਕੋਈ ਹੋਰ ਤਾਂ ਨਹੀਂ ਦੇਗਾ ਆ ਕੇ। ਔਰ ਤੁਸੀਂ ਇਹ ਦੇਖੋ ਕਿ 3-3.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਦੀ ਗਵਰਨਮੈਂਟ ਅੱਜ ਤੱਕ ਨਾ ਸੁਮੇਧ ਸੈਣੀ ਦੀ ਉਸ ਮਸਲੇ ਤੇ ਕੋਈ ਚੰਗੀ ਤਰ੍ਹਾਂ ਪੁੱਛਗਿੱਛ ਕਰ ਸਕੀਏ, ਨਾ ਉਸ ਲੀਡਰਸ਼ਿਪ ਦੀ ਪੁੱਛਗਿੱਛ ਹੋ ਸਕੀਏ ਜਿਨ੍ਹਾਂ ਨੇ ਇਹ ਆਰਡਰ ਦਿੱਤਾ ਸੀ, ਜਿਨ੍ਹਾਂ ਦੇ ਰਾਜ ਭਾਗ 'ਚ ਸਾਰਾ ਕੁਝ ਹੋਇਆ। ਛੋਟੇ-ਮੋਟੇ ਬੰਦਿਆਂ ਨੂੰ ਫੜ ਕੇ ਕੋਈ ਥਾਣੇਦਾਰ ਫੜ ਲਿਆ, ਕੋਈ ਹਵਾਲਦਾਰ ਫੜ ਲਿਆ, ਕੋਈ ਐਸਐਸਪੀ ਫੜ ਲਿਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਔਰ ਉਹ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਮੇਰੇ ਖਿਆਲ ਲੋਕ ਇਹ ਸਾਰਾ ਕੁਝ ਅੰਡਰਸਟੈਂਡ ਕਰ ਰਹੇ ਨੇ, ਔਰ ਕਾਂਗਰਸ ਦੀ ਆਪਣੇ ਵਿਧਾਨਕਾਰ ਤੇ ਲੀਡਰਸ਼ਿਪ ਵੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਇਸ ਗੱਲ ਦੇ ਉੱਤੇ ਉਹਨਾਂ ਦਾ ਕੱਲ ਨੂੰ ਨੁਕਸਾਨ ਹੋਣ ਵਾਲਾ ਹੈ। ਇਸੇ ਲਈ ਉਹ ਆਪਣੇ ਪਾਰਟੀ ਤੇ ਲੀਡਰਾਂ ਨੂੰ ਇਹ ਗੱਲ ਬਾਰ-ਬਾਰ ਸਮਝਾ ਵੀ ਰਹੇ ਨੇ, ਕਹਿ ਵੀ ਰਹੇ ਨੇ ਕਿ ਇਹਦੇ ਤੇ ਦਬਾਅ ਵੀ ਪਾ ਰਹੇ ਨੇ ਕਿ ਛੇਤੀ ਕੋਈ ਫੈਸਲਾ ਕੀਤਾ ਜਾਏ। ਪਰ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਦੋਨੋਂ ਪਾਰਟੀਆਂ ਹਮਾਮ 'ਚ ਨੰਗੀਆਂ ਨੇ। ਨਾ ਅਕਾਲੀ ਦਲ ਨੇ ਆਪਣੇ ਰਾਜ ਭਾਗ ਇਸ ਮੁੱਦੇ ਤੇ ਕੋਈ ਕੋਸ਼ਿਸ਼ ਕੀਤੀ, ਨਾ ਹੁਣ ਮੌਜੂਦਾ ਗਵਰਨਮੈਂਟ ਕੁਝ ਕਰ ਰਹੀ ਹੈ, ਔਰ ਜਿਹੜੇ ਇਹ ਮੁੱਦੇ ਲਗਾਤਾਰ 2015 ਤੋਂ ਲਟਕਦੇ ਆ ਰਹੇ ਨੇ। ਥੈਂਕ ਯੂ ਵੈਰੀ ਮਚ। ਜਿਹੜਾ ਪ੍ਰੈਸ਼ਰ ਦੀ 2 ਲਾਈਨਾਂ ਦਾ ਲਾਸਟ ਕਮੈਂਟ ਜਿਹੜਾ ਹਰਕਮਲ ਜੀ ਨੇ ਗੱਲ ਕਹੀ ਹੈ ਕਿ ਇਸ ਹਮਾਮ 'ਚ ਸਾਰੇ ਨੰਗੇ ਹੈ। ਸੁਨੀਲ ਜਾਖੜ ਵੀ ਭਾਵੁਕ ਬਿਆਨ ਦੇ ਰਿਹਾ ਹੈ, ਪਰ ਜਿਹੜੀ ਜਾਂਚ ਸਾਹਮਣੇ ਆਉਣ ਦੀ ਗੱਲ ਹੈ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਹੈ, ਉਹ 3.5 ਸਾਲ ਬਾਅਦ ਵੀ ਸਥਿਤੀ ਸਪਸ਼ਟ ਨਹੀਂ ਹੈ ਕਿ ਕੀ ਬਣੇਗੀ। ਸੰਖੇਪ 'ਚ ਪ੍ਰੈਸ਼ਰ ਜੀ 2 ਲਾਈਨਾਂ ਦਾ ਜਵਾਬ। ਜਗਤਾਰ ਜੀ, ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੇ ਹੈ ਤਾਂ ਸਾਰੀ ਸਿਆਸੀ ਪਾਰਟੀਆਂ, ਇੱਕ ਦਿਨ ਸਾਰੀ ਸਿਆਸੀ ਪਾਰਟੀਆਂ ਇਹੋ ਜਿਹਾ ਇਸ਼ੂ ਲੱਭਦੇ ਹੈ ਜਿਸ ਤੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਉਹ ਪੰਜਾਬ ਦੇ ਵਿੱਚ ਡੇਰੇ ਦੀ ਗੱਲ ਕਰ ਰਹੇ ਹਾਂ ਆਪਾਂ। ਇੱਥੇ ਪੰਜਾਬ 'ਚ ਇੱਕ ਡੇਰਾ ਨਹੀਂ, ਕਈ ਡੇਰੇ ਹੈਗੇ। ਡੇਰਾ ਬਿਆਸ ਵੀ ਹੈਗਾ, ਬੱਲੀਆਂ ਵੀ ਹੈਗਾ, ਹੋਰ ਵੀ ਆ ਗਏ। ਸਿਰਫ ਡੇਰੇ ਨਹੀਂ, ਇੱਥੇ ਸਭਾਵਾਂ ਬਣੀਆਂ ਹੋਈਆਂ, ਕੋਈ ਰਾਜਪੂਤ ਸਭਾ, ਕੋਈ ਗੜਵਾਲ ਸਭਾ, ਕੋਈ ਪੰਜਾਬੀ ਸਭਾ, ਕੋਈ ਉਹ ਸਾਰੇ ਦੇ ਸਾਰੇ ਜਿਹੜੇ ਹੈ ਇਲੈਕਸ਼ਨ ਦੇ ਦੌਰਾਨ ਉਹ ਵੋਟ ਬੈਂਕ ਦੀ ਤਰ੍ਹਾਂ ਬਿਹੇਵ ਕਰਦੇ ਹੈ। ਔਰ ਸਿਆਸੀ ਪਾਰਟੀਆਂ ਉਹਨਾਂ ਨਾਲ ਜਾ ਕੇ ਉਹਨਾਂ ਨਾਲ ਜੋੜ ਤੋੜ ਕਰਦੀਆਂ, ਉਹਨਾਂ ਨਾਲ ਮੋਲ ਭਾਵ ਕਰਦੀਆਂ, ਸਭ ਕੁਝ ਕਰਦੀਆਂ। ਆਪਾਂ ਸਾਰੇ ਇਸ ਗੱਲ ਤੋਂ ਚਾਲੂ ਹੈ ਔਰ ਆਪ ਅਸੀਂ ਵਿਟਨੈਸ ਕੀਤਾ ਹੋਇਆ ਕਿ ਹੁੰਦਾ ਕੀ ਹੈ। तो ਇਹ ਸਮਝਦਾ ਹੈ ਕਿ ਪੰਜਾਬ ਦੀ ਸਿਆਸਤ ਜਾਂ ਹਿੰਦੁਸਤਾਨ ਦੀ ਸਿਆਸਤ ਇसी ਲੈਵਲ ਤੇ ਰਹੀ ਹੈ ਫਿਲਹਾਲ, ਔਰ ਆਉਣ ਵਾਲੇ ਸਾਲਾਂ 'ਚ ਵੀ ਇੱਦਾਂ ਰਹੇਗੀ।
ਜਿਹੜੇ ਵੀ ਪ੍ਰੈਸ਼ਰ ਗਰੁੱਪ ਹੈਗੇ ਆ, ਚਾਹੇ ਉਹ ਡੇਰੇ ਹੈਗੇ ਆ, ਚਾਹੇ ਉਹ ਸਭਾਵਾਂ ਹੈਗੀਆਂ, ਚਾਹੇ ਹੋਰ ਕੋਈ ਐਸੋਸੀਏਸ਼ਨ ਹੈਗੀਆਂ, ਉਹਨਾਂ ਨੂੰ ਆਪਣੇ ਨਾਲ ਜੋੜ ਜੀ। ਕੇ ਬਲਕ ਵੋਟ ਨਾਲ ਰੱਖ ਕੇ ਜਿਹੜੀਆਂ ਪਾਰਟੀਆਂ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਔਰ ਪਹਿਲੇ ਵੀ ਇੱਦਾਂ ਹੁੰਦਾ ਰਿਹਾ, ਹੁਣ ਵੀ ਇਹੀ ਹੋ ਰਿਹਾ, ਉਹ ਅੱਗੇ ਤਾਂ ਵੀ ਇਹੀ ਹੋਵੇਗਾ। ਜੀ, ਮਿਹਰਬਾਨੀ। ਇਹਨਾਂ ਮੁੱਦਿਆਂ ਤੇ ਆਉਣ ਲਈ ਅਸੀਂ ਸੀਨੀਅਰ ਜਰਨਲਿਸਟ ਹਰਕਮਲ ਜੀ, ਪਰਾਸ਼ਰ ਜੀ, ਸਰਬਜੀਤ ਪੰਧੇਰ ਤਿੰਨੇ ਹੀ ਕੱਦਾਵਾਰ ਪੱਤਰਕਾਰਾਂ ਦੇ ਧੰਨਵਾਦੀ ਹਾਂ ਜਿਹੜੇ ਬੇਨਤੀ ਮੰਨ ਕੇ ਸਾਡੇ ਪ੍ਰੋਗਰਾਮ ਦੇ ਉੱਤੇ ਆਏ। ਜਿੱਦਾਂ ਮੈਂ ਹਮੇਸ਼ਾ ਜਰਨਲਿਸਟਾਂ ਦੀ ਡਿਬੇਟ 'ਚ, ਕਿਉਂਕਿ ਪੋਲੀਟੀਕਲ ਡਿਬੇਟ ਨਾਲ ਇੱਕ ਵੱਖਰਾ ਪੰਜਾਬ ਦਾ ਜਿਹੜਾ ਸੀਨ ਹੈ ਉਹ ਪੇਸ਼ ਕਰਦੀ ਹੈ ਮੀਡੀਆ ਦੀ ਟੀਮ। ਇਹਨਾਂ ਮੁੱਦਿਆਂ ਤੇ ਆਉਣ ਲਈ ਜਿੱਥੇ ਮੈਂ ਤੁਹਾਡੇ ਵੱਲੋਂ ਉਹਨਾਂ ਦਾ ਧੰਨਵਾਦੀ ਤਾਂ ਹਾਂ ਹੀ ਹੈ, ਉੱਥੇ ਦਰਸ਼ਕਾਂ ਦੇ ਲਈ ਵੀ ਸੁਨੇਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਇਸ ਪਲੇਟਫਾਰਮ ਤੇ ਸੱਚ ਦੀ ਪੇਸ਼ਕਾਰੀ। ਉਮੀਦ ਆ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ, ਮੈਂ ਜਿੱਦਾਂ ਹਮੇਸ਼ਾ ਹੀ ਕਹਿੰਦਾ, ਆਪਣੇ ਕਮਿਊਨੀਕੇਸ਼ਨ ਦੇ ਜਿਹੜੇ ਸੋਰਸਜ਼ ਹੈ ਉਹਨਾਂ ਤੇ ਸ਼ੇਅਰ ਵੀ ਜ਼ਰੂਰ ਕਰੋਗੇ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।